ਸਾਡੇ ਜਿਹੜੇ ਅਗਲੇ ਗੈਸਟ ਆਫ ਆਨਰ ਨੇ ਸਰ ਹਰਿੰਦਰ ਸਿੰਘ ਔਰ ਟੈਕਸਸ ਦੇ ਵਿੱਚ ਉਹਨਾਂ ਨੇ ਕਾਫੀ ਸਮਾਂ ਗੁਜ਼ਾਰਿਆ ਅਤੇ ਉਹਨਾਂ ਨੇ ਜਿਹੜੀ ਪੜ੍ਹਾਈ ਵੀ ਕੀਤੀ ਆ ਉਹ ਐਰੋਸਪੇਸ ਇੰਜੀਨੀਅਰਿੰਗ ਦੇ ਵਿੱਚ ਕੀਤੀ ਆ। ਮਾਸਟਰਸ ਡਿਗਰੀ ਇੰਜੀਨੀਅਰਿੰਗ ਮੈਨੇਜਮੈਂਟ ਦੇ ਵਿੱਚ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਉਹਨਾਂ ਨੇ ਐਮਫਿਲ ਕੀਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਆ ਇਸ ਦੀ ਲਿੰਗੁਇਸਟਿਕ ਨੂੰ ਸਮਝਣ ਲਈ ਕਾਫੀ ਕੰਮ ਕੀਤਾ ਕਈ ਵਾਰੇ। ਅੱਜ ਉਹ ਸਾਡੇ ਨਾਲ ਗੱਲਬਾਤ ਕਰਨਗੇ ਬ੍ਰਹਿਮੰਡ ਦੀ ਯਾਤਰਾ ਬਾਰੇ। ਬ੍ਰਹਿਮੰਡ ਦੇ ਵਿੱਚ ਕੀ ਕੁਛ ਹੈ, ਗੁਰਬਾਣੀ ਦੇ ਵਿੱਚ ਕੀ ਲਿਖਿਆ ਹੋਇਆ, ਇਹਦੀ ਰੀਅਲ ਸੈਂਸ ਕੀ ਬਣਦੀ ਹੈ। ਹੁਣ ਬਹੁਤ ਸਾਰੀ ਐਕਸਾਈਟਮੈਂਟ ਹੈ ਬਹੁਤ ਸਾਰੇ ਧਰਮਾਂ ਦੇ ਵਿੱਚ। ਸੰਸਾਰ ਦੇ ਧਰਮ ਨੇ ਜਿਹੜੇ ਜਦ ਤੋਂ ਜੇਮਸ ਵੈਬ ਦੀਆਂ ਟੈਲੀਸਕੋਪ ਵਾਲੀਆਂ ਤਸਵੀਰਾਂ ਆਈਆਂ ਨੇ ਉਦੋਂ ਤੋਂ ਇੱਕ ਬਹਿਸ ਵੀ ਛਿੜੀ ਹੈ, ਲੇਕਿਨ ਉਹ ਮਹਿਸੂਸ ਕਰਦੇ ਨੇ ਕਿ ਸਾਨੂੰ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਦੇ ਬਾਰੇ ਕੋਈ ਨਵੀਂ ਚਰਚਾ ਜਾਂ ਕਿਸੇ ਕਿਸਮ ਦੀ ਡਿਬੇਟ ਜਾਂ ਗੱਲਬਾਤ ਦੀ ਇੰਨੀ ਜ਼ਰੂਰਤ ਨਹੀਂ, ਕਿਉਂਕਿ ਸਾਨੂੰ ਤਾਂ ਪਹਿਲਾਂ ਹੀ ਪਤਾ ਬਹੁਤ ਸਾਰੀਆਂ ਗੱਲਾਂ ਦਾ। ਅਤੇ ਉਹ ਕਿਹੜੀਆਂ ਗੱਲਾਂ ਨੇ, ਹੁਣ ਜਿਹੜੀ ਨਰਬਦ ਤੰਦੂਖਰਾ ਜਾਂ ਕੋਈ ਤਾਰਾ ਵਿਗਿਆਨ ਦੀ ਆਕਾਸ਼ ਗੰਗਾ ਅਤੇ ਹੋਰ ਬਹੁਤ ਸਾਰੀਆਂ ਗੱਲਾਂ ਦਾ ਜ਼ਿਕਰ ਚੱਲ ਰਿਹਾ ਜਿਨ੍ਹਾਂ ਦੀ ਤਸਵੀਰਾਂ ਹੁਣ ਆਈਆਂ ਨੇ, ਉਸ ਬਾਰੇ ਵੀ ਉਹ ਗੱਲਬਾਤ ਕਰਨਗੇ। ਅਤੇ ਕਿਉਂਕਿ ਜਿਹੜਾ ਵਿਗਿਆਨਕ ਪੱਖ ਹੈ ਇੱਕ ਸ਼ਰਧਾ ਤੋਂ ਬਿਨਾਂ ਜਿਹੜਾ ਉਹਨਾਂ ਦਾ ਮਾਈਂਡ ਹੈ, ਸਾਇੰਟੀਫਿਕ ਮਾਈਂਡ ਹੈ, ਉਸ ਨੂੰ ਉਹਨਾਂ ਨੇ ਆਪਣੇ ਮਾਈਂਡ ਨੂੰ ਪ੍ਰਚੰਡ ਕੀਤਾ ਹੋਇਆ ਸਾਇੰਸਦਾਨ ਦੇ ਤੌਰ 'ਤੇ ਵੀ। ਔਰ ਉਹ ਨਿਖੇੜਾ ਕਰੇਗਾ ਕਿ ਇਹ ਜਿਹੜੀ ਨਵੀਂ ਜਾਣਕਾਰੀ ਆ ਰਹੀ ਹੈ ਜਾਂ ਬਾਕੀ ਧਰਮਾਂ ਦੇ ਵਿੱਚ ਵਿਗਿਆਨ ਦੀ ਇਹ ਜਾਣਕਾਰੀ ਕੀ ਇੰਪੈਕਟ ਪਾ ਰਹੀ ਆ, ਅਤੇ ਅਸੀਂ ਜਿਹੜੇ ਸਾਰੇ ਗੁਰਬਾਣੀ ਨੂੰ ਮੰਨਣ ਵਾਲੇ ਹਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਹਾਂ, ਸਾਡੇ ਦੇ ਉੱਤੇ ਕੀ ਇੰਪੈਕਟ ਪੈ ਰਿਹਾ ਹੈ। ਸਰ ਹਰਿੰਦਰ ਸਿੰਘ ਜੀ, ਜੀ ਆਇਆਂ ਨੂੰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ। ਗੁਰਫਤਿਹ ਜੀ, ਨਾਈਸ ਟੂ ਬੀ ਬੈਕ। ਗੁਰਫਤਿਹ। ਅਤੇ ਇਸ ਵਾਰੀ ਜਦ ਤੋਂ ਇਹ ਤਸਵੀਰਾਂ ਆਈਆਂ ਨੇ ਕਾਫੀ ਚਰਚੇ ਚੱਲੇ ਨੇ, ਹੋਰ ਧਰਮਾਂ ਦੇ ਵਿੱਚ ਇਸ ਦੇ ਬਾਰੇ ਡਿਬੇਟਸ ਵੀ ਹੋਈਆਂ ਨੇ। ਬਹੁਤ ਸਾਰੇ ਸਿੱਖ ਵੀ ਇਹ ਗੱਲਬਾਤ ਕਰ ਰਹੇ ਨੇ ਕਿ ਸਾਡਾ ਤਾਂ ਵਿਗਿਆਨਕ ਧਰਮ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ। ਤੁਸੀਂ ਇਹਨੂੰ ਕਿਸ ਨਜ਼ਰੀਏ ਤੋਂ ਵੇਖਦੇ ਹੋ? ਜ਼ਰੂਰ ਜੀ, ਮੈਨੂੰ ਇਹਦੇ ਸ਼ੁਰੂ 'ਚ ਇੱਕ ਗੱਲ ਕਰਨੀ ਇੰਪੋਰਟੈਂਟ ਹੈਗੀ ਕਿ ਜਿਹੜਾ ਵਿਗਿਆਨ ਅਤੇ ਧਰਮ ਆ ਨਾ, ਇਹ ਦੁਨੀਆ ਦੀ ਡਿਬੇਟ ਆ, ਅਤੇ ਸਿੱਖਾਂ ਨੇ ਇਹਨੂੰ ਆਪਣੀ ਡਿਬੇਟ ਦਾ ਹਿੱਸਾ ਜਿਹੜਾ ਬਣਾ ਲਿਆ, ਇਹ 'ਚ ਸ਼ਾਮਲ ਹੋ ਰਹੇ ਨੇ। ਇਹ ਮੈਨੂੰ ਨਿੱਜੀ ਤੌਰ 'ਤੇ ਪ੍ਰੋਬਲਮੈਟਿਕ ਲੱਗਦੀ ਹੈ, ਬੇਸਡ ਔਨ ਹੁਣ ਤੱਕ ਜੋ ਮੈਂ ਸਿੱਖਿਆ ਹੈਗਾ ਵਿਗਿਆਨ ਦੇ ਐਂਗਲ ਤੋਂ ਅਤੇ ਗੁਰਬਾਣੀ ਦੇ ਐਂਗਲ ਤੋਂ। ਉਹ ਮੈਂ ਕਿਉਂ ਇਹ ਕਹਿ ਰਿਹਾ, ਕਿਉਂਕਿ ਦੇਖੋ ਜੀ, ਇਹ ਅੱਜ ਵੀ ਜਿਵੇਂ ਤੁਸੀਂ ਅੱਜ ਗਲੋਬਲੀ ਦੇਖੋ ਅਤੇ ਅਮਰੀਕਾ ਵਿੱਚ ਵੀ ਇਹ ਬੜਾ ਚਰਚਾ ਚੱਲਦੀ ਹੈਗੀ। ਉਹ ਕਹਿੰਦੇ ਨੇ ਰੱਬ ਨੇ ਸਭ ਕੁਛ ਬਣਾਇਆ। ਇੱਕ ਤਾਂ ਇਹ ਇਸ਼ੂ ਆ ਸਟੀਵਨ ਹਾਕਿੰਗ ਦੀ। ਮੈਨੂੰ ਯਾਦ ਆ, ਮੈਂ ਕਿਤਾਬ ਜਦ ਮੈਂ ਅਰਲੀ ਇੰਜੀਨੀਅਰਿੰਗ ਡੇਜ਼ ਵਿੱਚ ਪਹਿਲੇ ਸਾਲ 'ਚ ਹੀ ਪੜ੍ਹੀ ਸੀਗੀ, ਬਰੀਫ ਹਿਸਟਰੀ ਆਫ ਟਾਈਮ ਆਈ ਸੀ ਉਹਦੀ। ਉਹਦੇ 'ਚੋਂ ਕਹਿ ਰਿਹਾ ਕਿ ਕੋਈ ਸ਼ਕਤੀ ਹੈਗੀ ਬਟ ਇਹ ਰੱਬ ਨਹੀਂ ਹੋ ਸਕਦੀ। ਅੱਛਾ। ਇਹ ਹੈ ਹੁਣ ਵੀ ਮਨਾ। ਸੋ ਦੋ ਸਕੂਲਸ ਨੇ ਖੜੇ। ਇੱਕ ਮੰਨਦਾ ਕਿ ਸਾਇੰਸ ਵਾਲਾ ਜਿਹੜਾ ਇੱਕ ਲਾਰਜਰ ਸਕੂਲ ਆ ਸਾਇੰਸ ਦਾ, ਇੱਕ ਕੋਈ ਨਹੀਂ ਹੁੰਦੇ, ਕਈ ਮਲਟੀਪਲਿਸਿਟੀ ਹੁੰਦਾ 'ਚ ਵੀ, ਬਟ ਇੱਕ ਲਾਰਜਰ ਸਕੂਲ ਮੰਨਦਾ ਕਿ ਕੋਈ ਸੁਪਰ ਪਾਵਰ ਆ ਜਿਹਨੇ ਇਹ ਸਭ ਕੁਛ ਬਣਾਇਆ। ਉਹਦੇ ਕਾਊਂਟਰ ਇੱਕ ਹੈ ਕਿ ਕੋਈ ਇਹੋ ਜਿਹੀ ਸੁਪਰ ਪਾਵਰ ਨਹੀਂ ਆ, ਇਹ ਕੁਛ ਹੋਰ ਆ ਜਿਹਨੇ ਸਭ ਕੁਛ ਬਣਾਇਆ ਹੋਇਆ। ਹੁਣ ਇਸ ਡਿਬੇਟ ਦੇ ਵਿੱਚ ਅਸੀਂ ਇਸ ਮੁਲਕ 'ਚ ਰਹਿੰਦੇ ਹਾਂ, ਇਸ ਦੁਨੀਆ 'ਚ ਰਹਿੰਦੇ ਹਾਂ, ਸਾਨੂੰ ਡਿਬੇਟ ਬਾਰੇ ਪਤਾ ਹੋਣਾ ਚਾਹੀਦਾ। ਬਟ ਸਿੱਖਾਂ ਦੇ ਵਿੱਚ ਇੱਕ ਕੰਪਲੈਕਸ ਆ ਗਿਆ। ਇਹ ਮੈਂ ਆਪਣੇ ਹਾਈ ਸਕੂਲ ਡੇਜ਼ ਤੋਂ ਦੇਖ ਰਿਹਾ, ਜਦ ਮੈਂ ਕੈਂਸਸ 'ਚ। ਕੀ ਕੰਪਲੈਕਸ ਹੈ? ਉਹ ਇੱਕ ਫਰੇਜ਼ ਬੜੀ ਯੂਜ਼ ਕਰਦੇ ਨੇ ਅੱਜ ਕੱਲ੍ਹ ਵੀ। ਮੈਨੂੰ ਕਈ ਜਣੇ ਲਿਖ ਦਿੰਦੇ ਨੇ, ਮੈਂ ਇਹ ਕਿਤਾਬ ਲਿਖੀ ਹੈ ਜੀ, ਤੁਸੀਂ ਇਹਦੀ ਥੋੜ੍ਹੀ ਜਿਹੀ ਦੇਖ ਲਓ ਕਿਵੇਂ ਆ। ਉਹ ਇੱਕ ਫਰੇਜ਼ ਇਹ ਚੱਲਦੀ ਹੈ ਕਿ ਸਿੱਖਿਜ਼ਮ ਇਜ਼ ਅ ਸਾਇੰਟੀਫਿਕ ਰਿਲੀਜਨ। ਅਤੇ ਇਹ ਬੜਾ ਆਕਸੀਮੋਰੋਨਿਸਟ ਸਟੇਟਮੈਂਟ ਹੈਗਾ, ਮੈਨੂੰ ਮਾਫ਼ ਕਰਿਓ, ਮੇਰੀ ਇਹ ਸਮਝ ਇਹ ਬਣੀ ਹੈ ਕਿ ਸਾਇੰਟੀਫਿਕ ਰਿਲੀਜਨ ਕਹਿਣਾ ਆਪਣੇ ਆਪ 'ਚ ਹੀ ਆਕਸੀਮੋਰੋਨ ਆ। ਅੱਛਾ। ਕਿਉਂਕਿ ਸਾਇੰਸ ਤਾਂ ਜੀ ਦੇਖੋ ਬੜੀ ਸਿੰਪਲ ਗੱਲ ਆ। ਸਾਇੰਸ ਦੇ ਵਿੱਚ ਲਾਅ ਪਤਾ ਕਿਸ ਚੀਜ਼ ਨੂੰ ਕਿਹਾ ਜਾਂਦਾ, ਜਿਹੜਾ ਸਟੈਟਿਸਟਿਕਲੀ ਪ੍ਰੂਵ ਹੋ ਜਾਂਦਾ 95%। ਲੌਜਿਕ ਜਿਹੜਾ 95%, 100% ਨਹੀਂ ਆ। ਅਤੇ ਉਹ ਚੈਲੰਜ ਹੋ ਜਾਂਦਾ 100 ਸਾਲ ਬਾਅਦ। ਜਿਵੇਂ ਆਈਨਸਟਾਈਨ ਦੀ ਥਿਊਰੀ 100 ਸਾਲ ਪਹਿਲਾਂ ਉਹਨੇ ਨਿਊਟਨ ਨੂੰ ਚੈਲੰਜ ਕੀਤਾ ਸੀ। ਹੁਣ ਜਦ ਮੈਂ ਆਪਣੀ ਮਾਸਟਰਸ ਕਰ ਰਿਹਾ ਸੀਗਾ, ਅਸੀਂ ਫਾਈਨਾਈਟ ਐਲੀਮੈਂਟ ਐਨਾਲਿਸਿਸ ਕਰਦੇ ਸੀ, ਉਹਦੇ ਵਿੱਚ ਜਿਹੜੀ ਆਈਨਸਟਾਈਨ ਦੀ ਥਿਊਰੀ ਆ ਉਹਦੇ ਬਾਰੇ ਗੱਲ ਇਹ ਹੁੰਦੀ ਸੀ ਕਿ ਇਹ ਤਾਂ ਇੱਕ ਬੜਾ ਸਪੈਸੀਫਿਕ ਕੇਸ ਹੈ, ਇਹ ਸਾਰਿਆਂ 'ਤੇ ਲਾਗੂ ਨਹੀਂ ਹੁੰਦਾ। ਸੋ ਸਾਇੰਸ ਜਿਸ ਚੀਜ਼ ਨੂੰ ਲਾਅ ਕਹਿੰਦੀ ਆ, ਉਹ ਸਟੈਟਿਸਟਿਕਲੀ ਪ੍ਰੂਵ ਹੁੰਦਾ 95% ਆਫ ਦਾ ਟਾਈਮ, ਔਰ ਚੇਂਜ ਹੁੰਦਾ, ਉਹ ਵੀ 100 ਸਾਲ 'ਚ ਬਦਲ ਜਾਂਦਾ। ਹੁਣ ਜੇ ਗੁਰਬਾਣੀ ਸਾਨੂੰ ਗੁਰੂ ਪਾਤਸ਼ਾਹ ਨੇ ਆਦਿ ਸੱਚ, ਸ਼ੁਰੂ ਤੋਂ ਹੀ ਸੱਚ ਆ, ਜਿਹੜਾ ਜੁਗਾਦ ਸੱਚ ਹੈ ਵੀ ਸੱਚ, ਹੁਣ ਵੀ ਸੱਚ ਆ, ਅਤੇ ਹੋਸੀ ਵੀ ਸੱਚ ਆ। ਸੋ ਉਹਨੂੰ ਅਸੀਂ ਕਿਉਂ ਸਾਇੰਟੀਫਿਕ ਨਜ਼ਰੀਏ ਤੋਂ ਦੇਖਣਾ ਚਾਹੁੰਦੇ ਹਾਂ? ਸਾਇੰਸ ਦਾ ਇੱਕ ਆਪਣਾ ਖਿੱਤਾ, ਧਰਮ ਦਾ ਇੱਕ ਆਪਣਾ ਖਿੱਤਾ, ਅਤੇ ਸਾਡੇ ਲਈ ਉਹ ਦੋਨੋਂ ਖਿੱਤਿਆਂ ਦੀ ਲੜਾਈ ਜਿਹੜੀ ਆ, ਅਸੀਂ ਤਾਂ ਉਹਨੂੰ ਸਮੇਟਣਾ। ਕਿਉਂਕਿ ਅਸੀਂ ਤਾਂ ਧਰਮ ਦਾ ਵੀ ਉਹਨਾਂ ਹੀ ਅਪੋਜ਼ ਕਰਦੇ ਹਾਂ ਗੁਰਬਾਣੀ 'ਚ, ਕਿ ਜਿਹਨੂੰ ਅਸੀਂ ਅੱਜ ਕੱਲ੍ਹ ਧਰਮ ਬਣਾ ਛੱਡਿਆ,
ਗੁਰੂ ਸਾਹਿਬ ਕਹਿੰਦੇ ਧਰਮ ਤਾਂ ਅਮਾਵਸ ਦੀ ਰਾਤ ਬਣ ਗਿਆ, ਇਹ ਤਾਂ ਠੱਗ ਇਕੱਠੇ ਕੀਤੇ ਹੋਏ ਨੇ। ਐਂਡ ਵੀ ਸੀ ਦਿਸ, ਕਿਉਂਕਿ ਧਰਮ ਦੇ ਨਾਂ 'ਤੇ ਤਾਂ ਕਹਿੰਦੇ ਲੁੱਟਿਆ ਜਾਂਦਾ। ਇਹ ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾਗਾਤੀ ਲੁੱਟੈ। ਅੱਜ ਵੀ ਇਹੀ ਚੱਲ ਰਿਹਾ ਕਿ ਜਿਹੜੀ ਕਾਰਮਿਕ ਥਿਉਰੀ ਆ ਤੇ ਜਿਹੜਾ ਧਰਮ ਦਾ ਆਈਡੀਆ, ਇਹਨਾਂ ਨੂੰ ਇਹਦਾ ਡਰ ਪੈਦਾ ਕਰਕੇ, ਜਮ ਦਾ ਡਰ ਪੈਦਾ ਕਰਕੇ ਲੋਕਾਂ ਨੂੰ ਲੁੱਟਿਆ ਜਾ ਰਿਹਾ। ਸੋ ਉਹ ਉਹਨਾਂ ਦੀ ਡਿਬੇਟ ਆ। ਸੋ ਜਦ ਕੋਈ ਗੋਡ ਕਹਿੰਦਾ ਤੇ ਜਦ ਕੋਈ ਸਾਇੰਸ ਕਹਿੰਦਾ, ਇਹ ਅਸੀਂ ਕੰਪਲੈਕਸ 'ਚ ਬਾਹਰ ਆਉਣਾ ਪੈਣਾ। ਅਸੀਂ ਸਾਇੰਟੀਫਿਕ ਰਿਲੀਜਨ ਨਹੀਂ ਹੈ। ਸਾਇੰਸ ਆਪਣਾ ਮਾਈਂਡ ਚੇਂਜ ਕਰ ਗਈ, ਗੁਰੂ ਨਾਨਕ ਪਾਤਸ਼ਾਹ ਨੇ ਆਪਣਾ ਮਾਈਂਡ ਤੇ 10 ਗੁਰੂਆਂ ਨੇ ਤੇ ਉਸ ਤੋਂ ਬਾਅਦ ਜਿਹੜੇ ਸਿੱਖ ਨੇ ਕੋਈ ਮਾਈਂਡ ਚੇਂਜ ਨਹੀਂ ਕੀਤਾ। ਸੋ ਦੈਟਸ ਵਨ ਥਿੰਗ ਵੀ ਨੀਡ ਟੂ ਅੰਡਰਸਟੈਂਡ ਕਿ ਜਿਹੜੀ ਸਿੱਖਾਂ ਦੀ ਪੈਰਾਡਾਈਮ ਆ, ਜਿਹੜਾ ਸਾਡਾ ਨਜ਼ਰੀਆ, ਜਿਹੜਾ ਸਾਡਾ ਵਰਲਡ ਵਿਊ ਆ, ਉਹ ਇੱਕ ਆਦ ਸੱਚ ਜੁਗਾਦ ਸੱਚ ਦੇ ਆਈਡੀਆ ਨਾਲ ਜੁੜਿਆ। ਸੋ ਐਜ਼ ਏ ਹਰਿੰਦਰ ਮੈਂ ਆਪਣਾ ਮਾਈਂਡ ਚੇਂਜ ਕਰ ਸਕਦਾ, ਬਟ ਗੁਰਬਾਣੀ ਨਹੀਂ ਆਪਣਾ ਮਾਈਂਡ ਚੇਂਜ ਕਰ ਰਹੀ। ਗੁਰਬਾਣੀ ਦਾ ਜਿਹੜਾ ਥਾਟ ਆ ਉਹ ਨਹੀਂ ਚੇਂਜ ਹੋ ਰਿਹਾ। ਜੇਮਸ ਵੈਬ ਆ, ਇਹਦੀ ਟੈਲੀਸਕੋਪ ਨਾਲ ਆਈਆਂ ਤਸਵੀਰਾਂ ਦੇ ਵਿੱਚੋਂ ਜੋ ਕੁਝ ਪਤਾ ਲੱਗਦਾ, ਉਹ ਸਾਨੂੰ ਤਾਂ ਪਹਿਲਾਂ ਪਤਾ ਸੀ ਉਹ। ਹਾਂਜੀ, ਔਰ ਉਹ ਵਿਗਿਆਨੀ ਆ, ਉਹ ਵੀ ਸਾਇੰਟੀਫਿਕ ਆ। ਇਸ ਕਰਕੇ ਸਧਾਰਨ ਸਿੱਖ ਆ ਜਿਹੜਾ ਇੰਟੈਲੈਕਚੁਅਲ ਸਿੱਖ ਨਹੀਂ ਹੈ, ਉਹਨੂੰ ਲੱਗਦਾ ਕਿ ਜਿਹੜੀਆਂ ਇਹ ਖੋਜਾਂ ਹੁਣ ਕਰ ਰਹੇ ਨੇ ਸਾਨੂੰ ਪਹਿਲਾਂ ਹੀ ਪਤਾ ਸੀ। ਇਸ ਕਰਕੇ ਸਾਡਾ ਜਿਹੜਾ ਸਿੱਖ ਆ, ਸਾਡਾ ਧਰਮ ਹੈ ਜਾਂ ਸਾਡੀ ਗੁਰਬਾਣੀ ਹੈ ਪਰਟੀਕੂਲਰਲੀ, ਇਹ ਬੜੀ ਵਿਗਿਆਨਕ ਆ। ਹਾਂਜੀ, ਪਰ ਵਿਗਿਆਨ ਚੇਂਜ ਹੁੰਦਾ ਰਹਿੰਦਾ। ਵਿਗਿਆਨ ਚੇਂਜ ਹੁੰਦਾ ਰਹਿੰਦਾ। ਇੱਥੇ ਇੱਕ ਚੀਜ਼ ਮੈਂ ਤੁਹਾਨੂੰ ਅੰਕੜਿਆਂ ਦੇ ਲੈਵਲ ਤੇ ਸ਼ੇਅਰ ਕਰਦਾ। ਜਿਹੜਾ ਅੱਜ ਦਾ ਵਿਗਿਆਨ ਆ ਨਾ, ਉਹ ਇਹ ਮੰਨਦਾ ਕਿ ਸਾਨੂੰ ਜਿਹੜਾ ਯੂਨੀਵਰਸ, ਜਿਹਨੂੰ ਅਸੀਂ ਬ੍ਰਹਿਮੰਡ ਆਖ ਦਿੰਦੇ ਹਾਂ, ਕਾਸਮੋਸ ਆਖ ਦਿੰਦੇ ਹਾਂ ਅੰਗਰੇਜ਼ੀ ਵਿੱਚ ਵੀ, ਸਾਨੂੰ ਸਿਰਫ 5% ਸਮਝ ਆਇਆ ਉਹਦਾ। 5% ਵਿਜ਼ੀਬਲ ਆ। ਅੱਛਾ, 25% ਨੂੰ ਉਹ ਕਹਿੰਦੇ ਨੇ ਡਾਰਕ ਮੈਟਰ ਤੇ 75% ਨੂੰ ਕਹਿੰਦੇ ਨੇ ਡਾਰਕ ਐਨਰਜੀ। ਮਤਲਬ 95% ਬ੍ਰਹਿਮੰਡ ਦੀ ਸਾਨੂੰ ਕੋਈ ਸਮਝ ਨਹੀਂ ਅਜੇ, ਸਿਰਫ 5% ਸਾਨੂੰ ਵਿਜ਼ਿਬਲੀ ਸਮਝ ਆ ਰਿਹਾ ਅਜੇ, ਕਿਉਂਕਿ ਜੋ ਟੈਲੀਸਕੋਪ ਭੇਜ ਰਿਹਾ, ਮੈਂ ਤਾਂ ਆਈ ਵਾਜ਼ ਐਕਸਾਈਟਡ ਟੂ, ਮੈਂ ਵੀ ਦੇਖ ਰਿਹਾ, ਮੈਂ ਲਾਈਵ ਦੇਖ ਰਿਹਾ ਨਾਸਾ ਉਸ ਵੇਲੇ ਕੀ ਕਰ ਰਹੀ ਆ। ਜਦ ਹਬਲ ਦਾ ਹੋਇਆ 2 ਦਹਾਕਿਆਂ ਪਹਿਲੇ, ਉਸ ਵੇਲੇ ਵੀ ਐਕਸਾਈਟਡ ਸੀ ਅਸੀਂ, ਕਿਉਂਕਿ ਇਹ ਸਾਨੂੰ ਵਿਜ਼ਿਬਲੀ ਦਿਖਾ ਰਿਹਾ। ਬਟ ਇਹ ਗੱਲ ਖਿਆਲ ਰੱਖੋ, ਅੱਜ ਲੇਟੈਸਟ, ਅੱਜ ਦੇ ਹਫਤੇ ਵੀ ਤੁਸੀਂ ਗੂਗਲ ਕਰਕੇ ਦੇਖੋਗੇ ਨਾ, 95% ਇਟਸ ਸਟਿਲ ਡਾਰਕਨੈਸ। ਸਾਨੂੰ ਕੁਝ ਨਹੀਂ ਪਤਾ ਕੀ ਹੈ ਅਜੇ। ਅੱਛਾ, ਇਸ ਨਜ਼ਰੀਏ ਤੋਂ ਜਦ ਦੇਖੋਗੇ, ਜਦ ਗੁਰੂ ਸਾਹਿਬ ਤੁਸੀਂ ਵੀ ਅੱਜ ਸ਼ੁਰੂਆਤ 'ਚ ਲਾਈਨ ਇੱਕ ਫਰੇਜ਼ ਬੋਲੀ, ਅਰਬਦ ਖਰਬਦ ਧੁੰਦੂ ਕਾਰਾ, ਉਹ ਕੀ ਹੈਗਾ? ਸੌਰੀ, ਅਰਬਦ ਨਰਬਦ, ਮੈਂ ਕਹਿਣ ਗਿਆ ਸੀ ਬਿਲੀਅਨਸ ਐਂਡ ਟ੍ਰਿਲੀਅਨਸ, ਮਤਲਬ ਬਿਲੀਅਨਸ ਐਂਡ ਟ੍ਰਿਲੀਅਨਸ ਜੋ ਸਾਇੰਸ ਮੰਨ ਰਹੀ ਆ ਕਿ ਬਿਲੀਅਨਸ ਐਂਡ ਟ੍ਰਿਲੀਅਨਸ ਆਫ ਈਅਰਸ ਤੋਂ ਬਾਅਦ, ਜਿਵੇਂ ਆ ਜਿਹੜਾ ਟੈਲੀਸਕੋਪ ਪਹੁੰਚਿਆ ਨਾ, ਇਹਨੂੰ ਬਿਲੀਅਨਸ ਆਫ ਲਾਈਟ ਈਅਰਸ ਲੱਗੇ ਨੇ ਜੋ ਸਾਨੂੰ ਭੇਜ ਰਿਹਾ। ਯੈਸ, ਗੁਰੂ ਸਾਹਿਬ ਇਹ ਕਹਿ ਰਹੇ ਨੇ ਕਿ ਉਸ ਤੋਂ ਪਹਿਲਾਂ ਕੀ ਸੀ? ਕਹਿੰਦੇ ਉਸ ਤੋਂ ਪਹਿਲਾਂ ਡਾਰਕਨੈਸ ਸੀ, ਧੁੰਦੂਕਾਰਾ ਸੀ। ਸੋ ਉਹ ਇੱਕ ਜਿਹਨੂੰ ਅਸੀਂ ਕਹਿੰਦੇ ਪ੍ਰਿੰਸੀਪਲ ਸਟੇਟਮੈਂਟ ਆ ਕਿ ਭਾਈ ਵੀ ਆਲਰੇਡੀ ਨੋ ਡਾਰਕਨੈਸ ਹੈ, ਤੇ ਸਾਇੰਸ ਉਹਨੂੰ ਇਫ ਐਨੀਥਿੰਗ ਅਪਰੂਵ ਕਰ ਰਹੀ ਹੈ, ਹੁਣ ਕਨਫਰਮ ਕਰ ਰਹੀ ਹੈ ਕਿ ਬਿਲਕੁਲ ਹੈ, ਸਾਨੂੰ ਅਜੇ 95% ਅਜੇ ਵੀ ਡਾਰਕਨੈਸ ਹੀ ਹੈ, ਸਾਨੂੰ ਨਹੀਂ ਪਤਾ ਕੀ ਹੋ ਰਿਹਾ। ਸੋ ਸਾਇੰਸ ਤੇ ਧਰਮ ਦੀ ਜਿਹੜੀ ਲਾਰਜਰ ਲੜਾਈ ਆ, ਸਾਨੂੰ ਉਹ ਨਹੀਂ ਦੇਖਣ ਦੀ ਲੋੜ। ਸਾਨੂੰ ਤਾਂ ਉਹਦੇ 'ਚ ਆਪਣਾ ਯੋਗਦਾਨ ਦੇਣਾ ਕਿ ਗੁਰੂ ਸਾਹਿਬ ਨੇ ਡਾਇਰੈਕਟਿਵ ਕੀ ਦਿੱਤਾ। ਉਹ ਡਾਇਰੈਕਟਿਵ ਦੇ ਵਿੱਚ ਜਦ ਜਿਹੜਾ ਆਮ ਸਿੱਖ ਆ ਜਾਂ ਜਿਹੜਾ ਆਵਾਮ ਆ, ਸਿੱਖ ਹੋਣਾ ਵੀ ਜ਼ਰੂਰੀ ਨਹੀਂ, ਸਾਰਿਆਂ ਦੀ ਕਿਉਰਿਓਸਿਟੀ ਆ, ਜਿਗਿਆਸਾ ਤਾਂ ਹੁੰਦੀ ਆ ਭਾਈ, ਇੰਨੀ ਸੋਹਣੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ। ਇਹ ਇੱਕ ਰੱਬੀ ਗੁਣ ਦੇ ਲੈਵਲ ਤੇ ਵੀ ਦੇਖਿਆ ਜਾ ਸਕਦਾ। ਸੋ ਬੇਸਿਕਲੀ ਜੋ ਗੁਰੂ ਨਾਨਕ ਸਾਹਿਬ ਉਹਦੇ 'ਚ ਕਹਿ ਰਹੇ ਨੇ ਕਿ ਪਹਿਲਾਂ ਕੁਛ ਨਹੀਂ ਸੀ, ਤੇ ਸਾਇੰਸ ਵੀ ਇਹੀ ਕਹਿ ਰਹੀ ਆ ਹੁਣ। ਬਟ ਉਹਨਾਂ ਨੇ ਕਹਿ ਤਾ ਨਾ ਦਿਨ ਨਾ ਰਾਤ, ਉਹ ਲਿਖਿਆ ਉਸ ਸ਼ਬਦ 'ਚ ਹੀ। ਕਹਿੰਦੇ ਨਾ ਪਾਣੀ ਸੀ, ਨਾ ਰਿਵਰਸ ਫਲੋ ਹੁੰਦੀਆਂ ਸੀ, ਨਾ ਦਿਨ ਸੀ ਨਾ ਰਾਤ ਸੀ, ਸੋ ਉਸ ਤਰ੍ਹਾਂ ਦੀਆਂ ਨਾ ਗਗਨ ਸੀ। ਕੀ ਸੀ ਫਿਰ? ਇਹ ਜਿਹੜਾ ਕੀ ਸੀ ਦਾ ਆਨਸਰ ਜ਼ਰੂਰੀ ਹੈ ਇੱਥੇ। ਕਹਿੰਦੇ ਸਿਰਫ ਇੱਕੋ ਚੀਜ਼ ਸੀ, ਹੁਕਮ ਅਪਾਰਾ। ਅੱਛਾ, ਇਨਫਿਨਿਟ ਕਮਾਂਡ ਸੀ। ਹੁਕਮ ਨੂੰ ਕਮਾਂਡ ਕਹਿੰਦੇ ਆ, ਤੁਸੀਂ ਕੈਪੀਟਲ ਸੀ ਕਰ ਲਓ ਅੰਗਰੇਜ਼ੀ 'ਚ। ਹੁਕਮ ਆਮ ਪੰਜਾਬੀ ਦਾ ਲਫ਼ਜ਼ ਆ, ਉਰਦੂ 'ਚ ਵੀ ਯੂਜ਼ ਹੁੰਦਾ, ਅਰਬੀ 'ਚੋਂ ਆਇਆ। ਮਤਲਬ ਕਿਸੇ ਦਾ ਹੁਕਮ ਵਰਤ ਰਿਹਾ, ਬਸ। ਉੱਥੇ ਨਹੀਂ ਲਿਖਿਆ ਕਿ ਰੱਬ ਦਾ ਹੁਕਮ ਵਰਤ ਰਿਹਾ, ਜਿਵੇਂ ਅਸੀਂ ਆਮ ਬਣਾ ਦਿੰਦੇ ਹਾਂ। ਕਹਿੰਦੇ ਹੁਕਮ ਵਰਤ ਰਿਹਾ। ਜਪਜੀ ਸਾਹਿਬ ਤੇ ਆਪਾਂ ਪੌੜੀਆਂ ਪੜ੍ਹਦੇ ਹਾਂ, ਉੱਥੇ ਵੀ ਹੁਕਮ ਵਰਡ ਆ। ਸਾਰੀ ਗੱਲ ਕਰਕੇ ਹੁਕਮ ਦੀ ਵਡਿਆਈ ਕੀਤੀ ਹੈ, ਹੁਕਮ ਦੇ ਵਿੱਚ ਰਹਿਣਾ। ਹੁਣ ਜਿਹੜੇ ਹੁਕਮ ਨੂੰ ਸਮਝ ਰਿਹਾ, ਹੁਕਮ ਇੱਕ ਕਾਜ਼ਮਿਕ ਆਰਡਰ ਆ ਨਾ, ਉਸ ਕਾਜ਼ਮਿਕ ਆਰਡਰ ਵਿੱਚ ਇਹ ਟੈਲੀਸਕੋਪ ਸਾਨੂੰ ਬਾਹਰਲੀਆਂ ਚੀਜ਼ਾਂ ਦਿਖਾ ਰਹੇ ਨੇ, ਤੇ ਗੁਰੂ ਸਾਹਿਬ ਉਹਨੂੰ ਐਕਨੋਲੇਜ ਕਰਦੇ ਨੇ ਕਿ ਅਜੇ ਬੜਾ ਕੁਝ ਹੋਰ ਦਿਖਾਂਗੇ। ਤੇ ਜਿਹੜਾ ਗੁਰੂ ਸਾਹਿਬ ਕਹਿ ਰਹੇ ਨਾਲ ਅੰਦਰ ਵੀ ਦੇਖਣਾ ਸ਼ੁਰੂ ਕਰੋ, ਕਿਉਂਕਿ ਇਹ ਪਿੰਡ ਵੀ ਬ੍ਰਹਿਮੰਡ ਹੈ, ਇਹਦੇ ਵਿੱਚ ਵੀ ਇੱਕ ਜਰਨੀ ਆ। ਜਿਹੜਾ ਬਾਹਰਲੀ ਤੇ ਅੰਦਰਲੀ ਜਰਨੀ ਨੂੰ ਸਿੰਕ ਕਰ ਲਓ, ਉਹਨੂੰ ਸਮਝ ਆ ਜੂ ਹੁਕਮ ਕੀ ਆ। ਸਾਡੀ ਪ੍ਰੋਬਲਮ ਹੈ ਬਾਹਰਲੀ ਜਰਨੀ ਵੱਲ ਸਾਡੀ ਬਹੁਤ ਤਵੱਜੋ ਆ, ਅੰਦਰਲੀ ਜਰਨੀ ਵੱਲ ਹੈ ਨਹੀਂ। ਉਹ ਫਿਰ ਅਨਸਿੰਕਡ ਨੇ, ਉਹ ਇਕੱਠੇ ਨਹੀਂ ਹੋ ਪਾ ਰਹੇ। ਫਿਰ ਉਹ ਅਸੀਂ ਡਿਬੇਟ ਬਣ ਗਈ
ਬਟ ਗੁਰੂ ਸਾਹਿਬ ਲਈ ਇਹ ਡਿਬੇਟ ਨਹੀਂ ਸੀ, ਤੇ ਜਿਹੜੇ ਬਾਣੀ ਦੇ ਆਧਾਰ ਤੇ ਗੱਲ ਕਰਦੇ ਉਹਨਾਂ ਲਈ ਇਹ ਡਿਬੇਟ ਨਹੀਂ ਹੈ। ਹਰਿੰਦਰ ਸਿੰਘ ਟੈਕਸਿਸ ਸਾਡੇ ਨਾਲ ਨੇ ਅੱਜ। ਇਹਨਾਂ ਨਾਲ ਕਾਫੀ ਦਿਲਚਸਪ ਗੱਲਾਂ ਹੋਣਗੀਆਂ। ਜਿਹੜੀ ਸਾਇੰਟੀਫਿਕ ਥਿਊਰੀ ਹੈ ਜਾਂ ਧਰਮ ਦੇ ਨਾਲ ਸਾਇੰਸ ਨੂੰ ਜਾਂ ਵਿਗਿਆਨ ਨੂੰ ਜੋੜਨਾ ਜਾਂ ਇਸ ਨੂੰ ਕੰਪੇਅਰ ਕਰਨਾ ਜਾਂ ਡਿਬੇਟ ਜਿਹੜੀ ਚੱਲਦੀ ਹੈ, ਇਸ ਦੇ ਵਿੱਚ ਬ੍ਰਹਿਮੰਡ ਦੇ ਵਿੱਚ ਕੀ ਕੁਛ ਹੈ, ਔਰ ਇਸ ਨੂੰ ਹੁਣ ਜਿਹੜੀ ਧਾਰਮਿਕ ਸਾਡੇ ਧਰਮ ਦੇ ਖਾਸ ਤੌਰ ਦੇ ਉੱਤੇ ਸਾਡੀ ਗੁਰਬਾਣੀ ਦੇ ਵਿੱਚ ਜਿਹੜੀਆਂ ਸਾਇੰਟੀਫਿਕ ਗੱਲਾਂ ਨੇ ਉਹ ਲੋਕਾਂ ਦਾ ਮਨ ਚੇਂਜ ਕਰ ਰਹੀਆਂ ਨੇ, ਅੰਧ ਵਿਸ਼ਵਾਸ ਤੋਂ ਤੋੜ ਰਹੀਆਂ ਨੇ। ਹੁਣ ਜਿਹੜੇ ਜੋਤਸ਼ੀ ਨੇ ਜਾਂ ਹੋਰ ਕਿਸ ਤਰ੍ਹਾਂ ਦਾ ਅੰਧ ਵਿਸ਼ਵਾਸ ਪੈਦਾ ਕਰਨ ਵਾਲੇ ਲੋਕ ਨੇ, ਉਹਨਾਂ ਨੂੰ ਇਹ ਗੱਲ ਚੁੱਭ ਰਹੀ ਹੈ। ਉਹ ਵੀ ਇਸ ਕਿਸਮ ਦੀ ਸਾਇੰਸ ਦਾ ਸਹਾਰਾ ਲੈ ਰਹੇ ਨੇ। ਹਰਿੰਦਰ ਸਿੰਘ ਜੀ, ਜੋਤਸ਼ੀਆਂ ਬਾਰੇ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਸਾਰੇ ਜਿਹੜੇ ਫੋਨੀ ਜੋਤਸ਼ੀ ਨੇ ਉਹ ਲੋਕਾਂ ਨੂੰ ਗੁੰਮਰਾਹ ਵੀ ਕਰ ਰਹੇ ਨੇ। ਹੁਣ ਜਿਉਂ-ਜਿਉਂ ਲੋਕਾਂ ਨੂੰ ਪਤਾ ਲੱਗਦਾ ਜਾ ਰਿਹਾ, ਤਿਉਂ-ਤਿਉਂ ਜਿਹੜੇ ਬਹੁਤ ਚਾਲਾਕ ਕਿਸਮ ਦੇ ਉਹ ਲੋਕ ਸਨ ਜਿਹੜੇ ਇਹਨੂੰ ਬਿਜ਼ਨਸ ਬਣਾ ਕੇ ਚੋਂ ਪੈਸੇ ਬਣਾਉਂਦੇ ਸੀ, ਉਹਨਾਂ ਨੇ ਵੀ ਆਪਣਾ ਪੈਂਤੜਾ ਬਦਲ ਲਿਆ। ਉਹ ਕਹਿੰਦੇ ਨੋ, ਅਸੀਂ ਉਹ ਵਾਧੇ ਨਹੀਂ ਗੇ ਦੱਸਣ ਵਾਲੇ ਜੰਤਰੀਆਂ ਦੇਖ ਕੇ, ਅਸੀਂ ਤਾਂ ਐਸਟ੍ਰੋਨੋਮਿਸਟ ਹਾਂ, ਅਸੀਂ ਤਾਂ ਸਾਇੰਟੀਫਿਕ ਬੰਦੇ ਹਾਂ, ਸਾਇੰਸ ਦੇ ਬੰਦੇ ਹਾਂ, ਐਸਟ੍ਰੋਨਮੀ ਪੜ੍ਹੀ ਆ ਸਾਡੀ, ਅਸੀਂ ਤਾਂ ਐਸਟ੍ਰੋਨਮੀ ਦੀਆਂ ਗੱਲਾਂ ਕਰਦੇ ਹਾਂ ਤੁਹਾਨੂੰ। ਹੁਣ ਜਿਹੜੀ ਇਹ ਸਾਇੰਸ ਆ, ਕਿਉਂਕਿ ਫਿਰ ਇਹ ਗੱਲ ਲੋਕਾਂ ਦੇ ਮਨ 'ਚ ਲੱਗਣ ਲੱਗ ਜਾਂਦੀ ਆ ਕਿ ਜੇ ਬੰਦਾ ਸਾਇੰਸਦਾਨ ਹੈ, ਸਾਇੰਸ ਦੀ ਗੱਲ ਤਾਂ ਸੁਣਨੀ ਚਾਹੀਦੀ ਆ। ਅਸੀਂ ਪ੍ਰਚਾਰ ਕਰ ਰਹੇ ਹਾਂ ਕਿ ਵਿਗਿਆਨ ਜਿਹੜੀ ਆ ਲੌਜਿਕ ਨੂੰ ਤੇਜ਼ ਕਰਦੀ ਆ, ਵਿਗਿਆਨਕ ਗੱਲ ਕਰਨੀ ਚਾਹੀਦੀ ਆ। ਸੋ ਇਸ ਕਰਕੇ ਜਿਹੜਾ ਜੋਤਿਸ਼ ਵਿੱਦਿਆ ਵੀ ਵਿਗਿਆਨ ਦੇ ਵਿੱਚ ਆ ਜਾਂਦੀ ਹੈ। ਦੇਖੋ ਜੀ, ਜਿਹੜਾ ਪੁਰਾਣਾ ਰਿਵਾਜ ਸੀ ਨਾ ਚੀਜ਼ਾਂ ਨੂੰ ਸਮਝਣ ਦਾ, ਉਹ ਅੱਜ ਵੀ ਉਸੇ ਦੇ ਬਾਹਰਲੇ ਰੂਪ ਬਦਲ ਰਹੇ ਨੇ, ਹੈ ਉਹੀ। ਸੋ ਤੁਸੀਂ ਇਨਫੋਰਮੇਸ਼ਨ ਗੈਦਰ ਕਰ ਰਹੇ ਹੋ, ਜਿਹੜੀ ਐਸਟ੍ਰੋਲੋਜੀ ਆ, ਐਸਟ੍ਰੋਨਮੀ ਆ, ਨਿਊਮਰੋਲੋਜੀ ਆ, ਇਹੀ ਚੱਲ ਰਿਹਾ ਨਾ। ਇਹ ਪਹਿਲਾਂ ਵੀ ਯੂਜ਼ ਹੁੰਦਾ ਰਿਹਾ। ਜਿਹੜਾ ਇੱਕ ਅੰਦਰਲੀ ਜਰਨੀ ਜਿਨ੍ਹਾਂ ਨੂੰ ਨਹੀਂ ਪਤਾ, ਉਹਨਾਂ ਨੂੰ ਕਹਿੰਦੇ ਅਸੀਂ ਤੁਹਾਡੀ ਅੰਦਰਲੀ ਜਰਨੀ ਕਰਾਵਾਂਗੇ ਕਿ ਤੁਹਾਡੇ ਅੰਦਰ ਕੀ ਚੱਲ ਰਿਹਾ। ਸਾਈਕੋਲੋਜੀ ਆ ਨਾ ਬੇਸਿਕਲੀ। ਤੇ ਜਿਹੜੇ ਬਾਹਰਲੀ ਜਰਨੀਆਂ ਕਰਦੇ ਸੀ ਐਕਸਪਲੋਰਰਸ, ਉਹ ਵੀ ਇਹੀ ਚੰਦ ਤਾਰੇ ਹੀ ਦੇਖ ਕੇ ਜਾਂਦੇ ਸੀ। ਬਟ ਜਿਹਦੇ ਕੋਲ ਗਿਆਨ ਘੱਟ ਆ ਜਾਂ ਜਿਹਦੇ ਕੋਲ ਚਲਾਕੀ ਜ਼ਿਆਦਾ, ਉਹ ਕਿਤੇ ਨਾ ਕਿਤੇ ਪਹੁੰਚ ਜਾਂਦਾ। ਸਾਡੇ ਕੋਲ ਵੀ ਤੁਸੀਂ ਜਿਵੇਂ ਕਹਿੰਦਾ ਹੁਣ ਐਸਟ੍ਰੋਲੋਜਰ ਜੇ ਕਰ ਰਹੇ ਨੇ, ਪਹਿਲੇ ਐਕਸਪਲੋਰਰ ਵੀ ਇੱਦਾਂ ਕਰਦੇ ਰਹੇ ਨੇ। ਜਿਵੇਂ ਕੋਲੰਬਸ ਨਿਕਲਿਆ ਸੀ ਇੰਡੀਆ ਲੱਭਣ, ਪਹੁੰਚ ਗਿਆ ਅਮਰੀਕਾ, ਉਹ ਵੀ ਤਾਰੇ ਦੇਖ ਕੇ ਹੀ ਜਾਂਦੇ ਸੀ ਨਾ। ਸੋ ਇਸ ਤਰ੍ਹਾਂ ਹੀ ਅੰਦਰਲੇ ਨੇ, ਇਹ ਜੋਤਿਸ਼ ਨਹੀਂ ਇਕੱਲੇ, ਸਾਰੇ ਇਹ ਕਰ ਰਹੇ ਨੇ। ਜਾਂ ਚਲਾਕ, ਇਹ ਗੁਰੂ ਨਾਨਕ ਸਾਹਿਬ ਨੇ ਇਹਦਾ ਬੜਾ ਆਨਸਰ ਚੰਗਾ ਦਿੱਤਾ। ਕੀ ਕਹਿੰਦੇ, ਜਿਹੜੀ ਆਪਾਂ ਅਰਲੀਅਰ ਗੱਲ ਤੇ ਨਾਲ ਜੋੜ ਦਿੰਦਾ, ਉਹ ਕਹਿੰਦੇ ਕਿ ਕਿਸੇ ਨੂੰ ਨਹੀਂ ਪਤਾ ਕੀ ਹੋਇਆ ਕਦ। ਕਵਣ, ਜਿਹੜੀ ਜਪਜੀ ਸਾਹਿਬ ਦੀ ਲਾਈਨ ਹੈ ਕਿ ਕਵਣ ਸੁਰਤੀ ਮਾਹੋ ਕਵਣ, ਕਹਿੰਦੇ ਕਿਹੜਾ ਦਿਨ ਸੀ, ਕਿਹੜਾ ਟਾਈਮ ਸੀ, ਕਿਹੜਾ ਮਹੀਨਾ ਸੀ, ਕਿਸੇ ਨੂੰ ਕੁਛ ਨਹੀਂ ਪਤਾ। ਤੇ ਉੱਥੇ ਲੰਬੀ ਵਿਆਖਿਆ ਕਰਕੇ ਗੁਰੂ ਸਾਹਿਬ ਕਹਿੰਦੇ ਨੇ, ਆਹ ਜਿਹੜਾ ਜੋਗੀ ਦੱਸ ਰਿਹਾ ਨਾ, ਆਹ ਜਿਹੜਾ ਕਾਜੀ ਦੱਸ ਰਿਹਾ, ਐਵੇਂ ਗੁੰਮਰਾਹ ਕਰ ਰਿਹਾ। ਬਹੁਤ ਵੱਡਾ ਸਟੇਟਮੈਂਟ ਆ ਕਿ ਜਾ ਕਰਤਾ ਸਿਰ ਠੀਕੋ ਜਾ ਸਾਜੇ ਆਪੇ ਜਾਣੇ ਸੋਈ। ਮੈਂ ਇੱਥੇ ਇਹ ਗੱਲ ਕਰਨੀ ਚਾਹਾਂਗਾ ਕਿ ਇਹ ਥੱਕ ਜਾਣਗੇ ਦੱਸ ਕੇ, ਕਿਉਂਕਿ ਜੋਗੀ ਤੇ ਕਾਜੀ ਕੀ ਸੀ। ਈਵਨ ਵੈਸਟ ਵਿੱਚ ਵੀ ਜਦ ਪਿਛਲੇ 500 ਸਾਲਾਂ ਦੀ ਸਾਇੰਸ ਐਕਸਪਲੋਰੇਸ਼ਨ ਹੋਈ ਆ, ਇਹ ਉਹ ਰਿਲੀਜੀਅਸ ਇੰਸਟੀਟਿਊਸ਼ਨਸ ਇਹਨਾਂ ਨੂੰ ਪੈਸੇ ਦਿੰਦੇ ਸੀ। ਕਿੰਗ ਤੇ ਇਹਨਾਂ ਨੂੰ, ਜਿਹਨੂੰ ਅਸੀਂ ਕਹਿੰਦਾ ਫਾਊਂਡੇਸ਼ਨ ਮਨੀ ਅੱਜ ਕੱਲ੍ਹ ਕਹਿੰਦੇ ਜੀ ਨੂੰ, ਪਹਿਲਾਂ ਮੋਨਾਰਕ ਦਿੰਦੇ ਸੀ। ਮੋਨਾਰਕ ਨੇ ਕਦੇ ਚਰਚ ਨੂੰ ਦਿੱਤੀ ਜਾਂ ਸਿੱਧੇ ਦਿੰਦੇ ਸੀ ਐਕਸਪਲੋਰੇਸ਼ਨਸ ਕਰਨ ਲਈ। ਸੋ ਜਦ ਉਹਨਾਂ ਨੇ ਇਹ ਫੰਡ ਕਰਨਾ ਸ਼ੁਰੂ ਕੀਤਾ, ਅੱਜ ਵੀ ਇਹੀ ਹੁੰਦਾ। ਤੁਸੀਂ ਹਿੰਦੁਸਤਾਨ ਦੀ ਪਰੰਪਰਾ ਵਿੱਚ ਵੀ ਦੇਖੋ, ਅੱਜ ਦੇ ਹਾਲਾਤ ਵਿੱਚ ਤੇ ਅੱਜ ਦੇ ਅਮਰੀਕਾ ਵਿੱਚ ਵੀ ਦੇਖੋਗੇ, ਜਿਹੜੀ ਪ੍ਰੈਜ਼ੀਡੈਂਸ਼ੀਅਲ ਪੋਲੀਟਿਕਸ ਆ ਜਾਂ ਪ੍ਰਾਈਮ ਮਿਨਿਸਟਰ ਪੋਲੀਟਿਕਸ ਆ, ਜਿਹੜੇ ਇਸ ਤਰ੍ਹਾਂ ਦੇ ਅੰਦਰਲੀ ਚੀਜ਼ਾਂ ਨੂੰ ਗੁੰਮਰਾਹ ਕਰਦੇ ਨੇ, ਉਹ ਪੋਲੀਟੀਕਲ ਹੈਡ ਨਾਲ ਖੜਦੇ ਨੇ, ਕਿਹਨੂੰ ਫੰਡਿੰਗ ਦੇਣੀ ਆ। ਦੇਖ ਲਓ ਤੁਸੀਂ, ਜਿਹੜੇ ਸਭ ਤੋਂ ਵੱਡੇ ਬਾਬੇ ਨੇ ਇਸ ਵੇਲੇ, ਸਤਿਗੁਰੂ ਫਾਊਂਡੇਸ਼ਨ, ਈਸ਼ਾ ਜਿਹੜੀ ਫਾਊਂਡੇਸ਼ਨ ਆ, ਉਹਦੇ ਬਾਰੇ ਹੁਣੇ ਵੌਕਸ ਨੇ ਬੜੀ ਲੰਬੀ ਰਿਪੋਰਟ ਛਾਪੀ ਆ। ਜਾਂ ਸਿੱਖਾਂ ਦੇ ਵਿੱਚ ਜਿਵੇਂ ਹਰਭਜਨ ਯੋਗੀ ਹੋਏ ਸੀਗੇ, ਇਹ ਸਟੇਟ ਦੇ ਨਾਲ ਫੰਡਿੰਗ ਲੈ ਕੇ ਇਹੋ ਜਿਹੀ ਚੀਜ਼ਾਂ 'ਚ ਗੁੰਮਰਾਹ ਕਰਦੇ ਨੇ। ਹੁਣ ਗੱਲ ਕੀ ਆ ਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਅੰਡਰਸਟੈਂਡਿੰਗਸ, ਜਿਹੜੀ ਤੁਸੀਂ ਲੌਜਿਕ ਦੀ ਗੱਲ ਕੀਤੀ, ਉੱਥੇ ਆ ਜਾਈਏ। ਸਿੰਪਲ ਲੌਜਿਕ 'ਚ ਆਈ ਜਾਂਦਾ ਸਿੰਪਲ ਬੰਦੇ ਨੂੰ। ਕਹਿੰਦੇ ਯਾਰ ਤੂੰ ਕਹਿੰਦਾ ਧਰਤੀ ਤਾਂ ਧੌਲ ਉੱਤੇ ਖੜੀ ਆ, ਫਿਰ ਜਿਹੜੀ ਬਾਕੀ ਧਰਤੀਆਂ ਕਾਹ ਤੇ ਖੜੀਆਂ? ਸਿੱਧਾ ਹੀ ਕਹਿਤਾ ਨਾ ਉਹਨਾਂ ਨੇ। ਹੁਣ ਐਵਰੇਜ ਬੰਦੇ ਨੂੰ ਗੱਲ ਸਮਝ ਆ ਗਈ, ਯਾਰ ਪਾਤਸ਼ਾਹ ਦੀ ਗੱਲ ਠੀਕ ਆ। ਹੁਣ ਜਿੱਦਾਂ ਤੁਸੀਂ ਡੀਟੇਲ ਜਾਓਗੇ, ਫਿਰ ਤੁਸੀਂ ਦੇਖੋਗੇ ਕਿ ਨਹੀਂ, ਇਹ ਤਾਂ ਇੱਕ ਪਲੈਨਟ ਥੋੜ੍ਹੀ ਆ, ਇੱਕ ਗੈਲੈਕਸੀ ਥੋੜ੍ਹੀ ਆ, ਇੱਕ ਆਕਾਸ਼ ਥੋੜ੍ਹੀ ਆ, ਇੱਕ ਬ੍ਰਹਿਮੰਡ ਥੋੜ੍ਹੀ ਆ, ਲੱਖਾਂ ਕਰੋੜਾਂ ਨੇ, ਕੋਟ ਮਲਟੀਪਲ ਮਿਲੀਅਨਸ। ਇਹ ਲਿਖਿਆ ਹੋਇਆ, ਇਹ ਮਲਟੀਪਲ ਮਿਲੀਅਨਸ ਦੀ ਡਿਸਕਵਰੀਆਂ ਸਾਡੇ ਸਾਹਮਣੇ ਆ ਰਹੀਆਂ। ਤੇ ਜਿਹੜੇ ਉਹਦੀ ਚੇਤਨਤਾ ਲੈ ਰਹੇ ਨੇ, ਉਹ ਥੋੜ੍ਹੇ ਜਿਹੇ ਸਿਆਣੇ ਹੋ ਜਾਣਗੇ। ਜਿਨ੍ਹਾਂ ਕੋਲ ਇਨਫੋਰਮੇਸ਼ਨ ਅੰਦਰਲੀ ਡੀਪ ਹੁੰਦੀ ਆ ਤੇ ਬਾਹਰਲੀ ਡੀਪ ਹੁੰਦੀ ਆ, ਉਹ ਡਿਬੇਟ 'ਚੋਂ ਬਾਹਰ ਆਉਂਦੇ ਨੇ, ਉਹ ਦੇਖਦੇ ਨੇ ਫਿਰ ਮੈਕਰੋ ਪਿਕਚਰ ਕੀ ਆ। ਜਿਨ੍ਹਾਂ ਦੀ ਇਨਫੋਰਮੇਸ਼ਨ ਘੱਟ ਆ,
ਉਹ ਵਰਤੇ ਜਾਂਦੇ ਨੇ। ਅੱਛਾ, ਜਿਹੜੀ ਪਹਿਲਾਂ ਇੱਕ ਕੱਟੜ ਚਰਚ ਕੋਲੇ ਪਾਵਰ ਸੀ ਬਹੁਤ ਜ਼ਿਆਦਾ, ਔਰ ਜੇ ਕੋਈ ਬੰਦਾ ਕੋਈ ਸਾਇੰਟੀਫਿਕ ਜਾਂ ਲੌਜਿਕ ਕੋਈ ਜਿਹੜੀ ਵਿਗਿਆਨ ਦੀ ਗੱਲ ਕਰਦਾ ਵੀ ਸੀ, ਜਿਵੇਂ ਤੁਸੀਂ ਗਲੀਲੀਓ ਦੀ ਗੱਲ ਕਰਦੇ ਸੀ, ਜਦੋਂ ਉਹਨੇ ਦੇਖਿਆ, ਉਹਨੇ ਪਤਾ ਲਾਇਆ ਕਿ ਇਹ ਧਰਤੀ ਤਾਂ ਘੁੰਮ ਰਹੀ ਆ, ਇਹ ਤਾਂ ਵਿਗਿਆਨਕ ਤੌਰ 'ਤੇ ਮੈਂ ਸਾਬਤ ਕਰ ਸਕਦਾ, ਉਹ ਕਹਿੰਦੇ ਵੀ ਇਹਨੂੰ ਮਾਰੋ। ਇਹ ਤਾਂ ਕਿਉਂਕਿ ਬਾਈਬਲ ਦੇ ਨਾਲ ਤਾਂ ਉਹ ਅੰਧ ਵਿਸ਼ਵਾਸ ਪੈਦਾ ਕਰ ਰਹੇ ਸੀ, ਉਹ ਟਕਰਾਅ ਆ ਸਿੱਧਾ ਟਕਰਾਅ ਆ ਗਿਆ। ਜਿਹੜੀ ਆਪਾਂ ਅੱਜ ਸ਼ੁਰੂ ਗੱਲ ਕੀਤੀ ਸੀ ਨਾ ਕਿ ਧਰਮ ਤੇ ਸਾਇੰਸ ਦੀ ਜਿਹੜੀ ਲਾਈ ਬਣੀ ਹੋਈ ਆ, ਗੋਡ ਵਰਸਸ ਸਾਇੰਸ ਦੀ, ਵਿਗਿਆਨ ਦੀ, ਉਹ ਇਸੇ ਕਰਕੇ ਸਾਡੀ ਨਹੀਂ ਹੈ ਕਿਉਂਕਿ ਜਿਹੜਾ ਸਾਡਾ ਟੈਕਸਟ ਆ ਨਾ, ਜਿਹਨੂੰ ਅਸੀਂ ਗੁਰੂ ਕਹਤਾ, ਇਸੇ ਕਰਕੇ ਹੋਲੀ ਬੁੱਕ ਨਹੀਂ ਗੁਰੂ ਗ੍ਰੰਥ ਸਾਹਿਬ। ਹੋਲੀ ਬੁੱਕ ਉਹਨਾਂ ਲਈ ਹੈ ਜਿਨ੍ਹਾਂ ਨੂੰ ਅਜੇ ਪਤਾ ਨਹੀਂ ਲੱਗਿਆ ਹੈ ਕੀ, ਜਿਹੜੇ ਸਿਰਫ ਇਹਨੂੰ ਅਜੇ ਪੂਜਾ ਹੀ ਕਰ ਰਹੇ ਨੇ ਇਹਦੀ। ਇਹ ਸਾਡਾ ਸਭ ਕੁਛ ਆ। ਉਹ ਕਿਉਂ ਆ ਸਾਡਾ ਸਭ ਕੁਛ? ਕਿਉਂਕਿ ਇਹ ਉਹ ਟੈਕਸਟ ਆ, ਇਹਦੇ ਵਿੱਚ ਜਿਹੜਾ ਲਿਖਿਆ ਗਿਆ, ਜਿਹੜਾ ਇਹਦੇ ਵਿੱਚ ਸ਼ਬਦ ਆ, ਜਿਹੜਾ ਇਹਦੇ ਵਿੱਚ ਨਾਮ ਆ, ਉਹਦਾ ਫੈਲਾਅ ਇੰਨਾ, ਉਹਦਾ ਅਸਗਾਹ ਇੰਨਾ, ਉਹਦਾ ਐਕਸਪੈਂਸ ਇੰਨਾ, ਜਿਹੜਾ ਆਪਾਂ ਐਕਸਪੈਂਡਿੰਗ ਯੂਨੀਵਰਸ ਦੀ ਗੱਲ ਕਰ ਰਹੇ ਹਾਂ ਅੱਜ, ਕਿ ਉਹ ਅਸੀਂ ਅੰਦਾਜ਼ਾ ਲਾ ਹੀ ਨਹੀਂ ਸਕਦੇ। ਉਹ ਅੰਦਾਜ਼ਾ ਜਿਹੜਾ ਜਿਨ੍ਹਾਂ ਨੇ ਐਕਸਪੀਰੀਅੰਸ ਕੀਤਾ ਉਹਨੂੰ, ਉਹ ਗੁਰੂ ਸਾਹਿਬਾਨ ਨੇ। 35 ਜਣੇ ਨੇ, 6 ਗੁਰੂ ਨੇ ਸਿਰਫ, 15 ਭਗਤ ਨੇ, 11 ਭੱਟ ਨੇ, 3 ਸਿੱਖ ਨੇ, ਹੈ ਨਾ। ਉਹ ਐਕਸਪੀਰੀਅੰਸ ਉਹਨਾਂ ਨੇ ਕਰ ਲਿਆ। ਫਿਰ ਉਹਨਾਂ ਨੇ ਦੱਸਿਆ ਕਿ ਜੋ ਇਸ ਵਿੱਚ ਆ ਗਿਆ ਨਾ, ਇਹ ਨਹੀਂ ਬਦਲ ਰਿਹਾ, ਇਹ ਤਾਂ ਅਟਲ ਸੱਚਾਈ ਦੀਆਂ ਗੱਲਾਂ ਨੇ ਸਿਰਫ। ਇਸ ਕਰਕੇ ਸਿੱਖਾਂ ਦਾ ਸਾਡਾ ਜਿਹੜਾ ਟੈਕਸਟ ਆ, ਜਿਹੜਾ ਸਾਡਾ ਗੁਰੂ ਬਣ ਗਿਆ, ਸਾਡੀ ਸਾਇੰਸ ਨਾਲ ਲੜਾਈ ਬਣੀ ਨਹੀਂ ਸਕਦੀ ਕਿਉਂਕਿ ਅਸੀਂ ਸਾਇੰਸ ਦੇ ਪ੍ਰਿੰਸੀਪਲਸ ਤੋਂ ਅਗਲੇ ਪ੍ਰਿੰਸੀਪਲਸ ਦੀ ਗੱਲ ਕਰ ਰਹੇ ਹਾਂ। ਮੈਨੂੰ ਹੋਰ ਜਿਹੜਾ ਥੋੜ੍ਹਾ ਜਿਹਾ ਹੋਰ ਸਿੰਪਲ ਰੂਪ 'ਚ ਕਹਾਂ, ਇੱਕ ਨਾ ਹਿੰਦੁਸਤਾਨੀ ਪਰੰਪਰਾ 'ਚ ਗੱਲ ਹੁੰਦੀ ਹੈ ਨਿਰਗੁਣ ਤੇ ਸਰਗੁਣ, ਕਿ ਜੋ ਦਿਖ ਰਿਹਾ ਤੇ ਜੋ ਦਿਖ ਨਹੀਂ ਰਿਹਾ। ਸਿੰਪਲ ਕਰ ਲਈਏ ਜਿਹਨੂੰ, ਹਾਂਜੀ। ਜੋ ਸਾਨੂੰ ਦਿਖ ਰਿਹਾ ਨਾ, ਜਿਵੇਂ ਹੁਣ ਥੋੜ੍ਹਾ ਜਿਹਾ ਹੋਰ ਦਿਖ ਗਿਆ, ਇਹ ਇੱਕ ਓਂਕਾਰ ਦਾ ਇੱਕ ਸਰਗੁਣ ਰੂਪ ਸਾਡੇ ਸਾਹਮਣੇ ਹੋਰ ਬਾਹਰ ਆ ਗਿਆ। ਜੋੜਾ ਮਤਲਬ ਜੋ ਅਸੀਂ ਦੇਖ ਸਕਦੇ ਹਾਂ, ਫੀਲ ਕਰ ਸਕਦੇ ਹਾਂ, ਇਮੈਜਿਨ ਕਰ ਸਕਦੇ ਹਾਂ। ਬਟ ਜੇ ਕਿੰਨਾ ਕੀ ਅਜੇ ਇਮੈਜਿਨ ਹੋਣਾ ਬਚਿਆ, ਉਹ ਨਿਰਗੁਣੀ ਆ। ਉਹ ਸਾਇੰਸ ਕਹਿੰਦੀ ਆ ਉਹ 95% ਅਜੇ ਡਾਰਕ 'ਚ ਹੀ ਆ ਅਸੀਂ। ਬਿਲਕੁਲ ਸਾਇੰਸ ਇਹ ਕਹਿ ਰਹੀ ਹੈ। ਇਹਦੇ ਜਿਹੜੇ ਰੂਪ ਬਦਲ ਰਹੇ ਨੇ, ਜੇ ਕੋਈ ਆ ਕੇ ਪੁੱਛਿਆ ਦੇਣ ਵਾਲਾ ਜਾਂ ਇਸ ਤਰ੍ਹਾਂ ਦੇ ਜਿਹੜੇ ਵਹਿਮ ਫੈਲਾਉਂਦੇ ਸੀ, ਉਹ ਆਪਣੇ ਆਪ ਨੂੰ ਐਸਟ੍ਰੋਨੋਮੀ ਦਾ ਵਿਦਿਆਰਥੀ ਕਹਿ ਕੇ ਜਾਂ ਜੋਤਿਸ਼ ਨੂੰ ਐਸਟ੍ਰੋਨੋਮੀ ਕਹਿ ਕੇ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਹ ਬੇਵਕੂਫ ਬਣਾ ਰਿਹਾ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਸਾਇੰਸ 'ਚ, ਵਿਗਿਆਨ ਦੇ ਵਿੱਚ ਵਿਸ਼ਵਾਸ ਕਰਦੇ ਨੇ। ਇਹ ਜਿਹੜੀ ਬਿਗ ਬੈਂਗ ਥਿਊਰੀ ਹੈ, ਇਹਦੇ ਬਾਰੇ ਵੀ ਸਾਨੂੰ ਦੱਸੋ। ਬਿਗ ਬੈਂਗ ਥਿਊਰੀ ਸਾਇੰਸ ਦਾ ਇੱਕ ਐਕਸਪਲੇਨੇਸ਼ਨ ਹੈਗੀ ਕਿ ਇਹ ਧਰਤੀ ਜਾਂ ਇਹ ਬ੍ਰਹਿਮੰਡ, ਇਹ ਯੂਨੀਵਰਸ, ਇਹ ਕਾਸਮੋਸ ਕਿਵੇਂ ਬਣਿਆ। ਉੱਥੇ ਵੀ ਬੜੀ ਇੰਟਰਸਟਿੰਗ ਗੱਲ ਇਹ ਹੈ ਕਿ ਇਹ 100 ਸਾਲ ਪੁਰਾਣੀ ਇਹਨੂੰ ਮਾਨਤਾ ਮਿਲੀ ਆ। ਇਹਨੂੰ ਵੀ ਡਿਵੈਲਪ ਕਰਨ ਵਾਲਾ ਇੱਕ ਕੈਥੋਲਿਕ ਬਿਸ਼ਪ ਹੀ ਆ। ਅੱਛਾ, ਹਾਂਜੀ। ਦੇਖੋ, ਜਿਹੜੇ ਆਈਨਸਟਾਈਨ ਵਰਗੇ ਵੀ ਬੰਦੇ ਸੀ ਨਾ, ਉਹਨਾਂ ਦੀਆਂ ਜਿਹੜੀਆਂ ਕਈ ਗੱਲਾਂ ਪ੍ਰਚਲਿਤ ਨੇ, ਉਹ ਸਾਨੂੰ ਸਮਝਣਾ ਜ਼ਰੂਰੀ ਨੇ ਕਿ ਜਿਹੜਾ ਬੰਦਾ ਡੀਪ ਚਾਹੁੰਦਾ ਨਾ, ਉਹਨੂੰ ਇਹ ਕੌਨਫਲਿਕਟ ਨਹੀਂ ਨਜ਼ਰ ਆਉਂਦੇ। ਉਹ ਤਾਂ ਅੰਦਰ ਵੀ ਓਨਾ ਹੀ ਜਾ ਰਿਹਾ ਜਿੰਨਾ ਬਾਹਰ ਜਾ ਰਿਹਾ। ਉਹ ਤਾਂ ਦੇਖ ਰਿਹਾ, ਓਬਜ਼ਰਵ ਕਰ ਰਿਹਾ, ਫਿਰ ਉਹਨੂੰ ਐਕਸਪੀਰੀਅੰਸ ਕਰਨਾ ਚਾਹੁੰਦਾ। ਜਿਵੇਂ ਆਈਨਸਟਾਈਨ ਨੇ ਵੀ ਕਿਹਾ ਹੈਗਾ ਕਿ ਜਿਹੜਾ ਅੰਗਰੇਜ਼ੀ ਦੀ ਉਹਦੀ ਜਿਹੜੀ ਗੱਲ ਹੈ ਕਿ ਰਿਲੀਜਨ ਵਿਦਾਊਟ ਸਾਇੰਸ ਇਜ਼ ਸਾਇੰਸ ਵਿਦਾਊਟ ਰਿਲੀਜਨ ਇਜ਼ ਲਿੰਪਿੰਗ ਐਂਡ ਰਿਲੀਜਨ ਵਿਦਾਊਟ ਸਾਇੰਸ ਇਜ਼ ਬਲਾਈਂਡ। ਸੋ ਇਸ ਤਰ੍ਹਾਂ ਦੀਆਂ ਗੱਲਾਂ ਹੈਗੀਆਂ। ਮੈਨੂੰ ਕਿ ਮੇਰਾ ਜਿਹੜਾ ਇੱਕ ਫੇਵਰੇਟ ਹੈਗਾ, ਜਿਹਨੂੰ ਜਿਹਦੇ ਲਾਜ਼ ਬਣੇ ਹੋਏ ਨੇ, ਕੈਪਲਰਸ ਲਾਜ਼ ਆਫ ਮੋਸ਼ਨ, ਕਿਉਂਕਿ ਮੈਂ ਆਪ ਏਰੋਸਪੇਸ ਵਿੱਚ ਰਿਹਾ ਹੈਗਾ। ਮੇਰਾ ਜਿਹੜਾ ਸੀਨੀਅਰ ਪ੍ਰੋਜੈਕਟ ਸੀਗਾ ਏਰੋਸਪੇਸ ਦੇ ਵਿੱਚ, ਅਸੀਂ ਮੂਨ ਦੇ ਉੱਤੇ ਇੱਕ ਬੇਸ ਬਣਾਉਣਾ ਸੀ ਕਿ ਉੱਥੇ ਪਾਣੀ ਕਿਵੇਂ ਕੱਢਿਆ ਜਾਵੇ, ਉੱਥੇ ਦੀ ਜਿਹੜੀ ਆਪਾਂ ਕਹਿੰਦੇ ਹਾਂ ਮਿੱਟੀ 'ਚੋਂ, ਰੋਗੈਲਥ ਉਹਨੂੰ ਕਿਹਾ ਜਾਂਦਾ। ਸੋ ਆਈ ਲੁਕਡ ਐਟ ਕਿ ਇਹ ਜਿਹੜੇ ਕਰ ਰਹੇ ਸੀ ਡਿਸਕਵਰੀਜ਼, ਉਹ ਕਿਵੇਂ ਸੋਚਦੇ ਸੀ। ਜਿਹਦੇ ਕੋਲ ਘੱਟ ਗਿਆਨ ਆ ਨਾ ਜੀ, ਉਹ ਬੜੀ ਛੇਤੀ ਨਾ ਕਹਿੰਦਾ ਨਿਬੇੜਾ ਕਰ ਦਿਓ। ਨਿਬੇੜੇ ਨਹੀਂ ਹੁੰਦੇ ਇੱਦਾਂ। ਨਿਬੇੜੇ ਤਾਂ ਹੁੰਦੇ ਨੇ ਬਹੁਤ ਜ਼ਿਆਦਾ ਡੀਪ ਕਰਨ ਤੋਂ ਬਾਅਦ, ਫਿਰ ਵੀ ਸ਼ਾਇਦ ਨਾ ਹੋਣ, ਹੈ ਨਾ। ਜਿਵੇਂ ਗੁਰੂ ਨਾਨਕ ਸਾਹਿਬ ਵੀ ਜਦ ਯੋਗੀਆਂ ਨੂੰ ਕਹਿੰਦੇ ਨਾ 73 ਪੌੜੀਆਂ ਲਾਈਆਂ ਉਹਨਾਂ ਨੇ ਸਿੱਧ ਗੋਸ਼ਟ ਵਿੱਚ, ਫਿਰ ਐਂਡ ਤੇ ਜਾ ਕੇ ਕਿਹਾ ਹੁਣ ਨਿਬੇੜਾ ਕਰਦੇ ਹਾਂ, ਹੁਣ ਬੜੀਆਂ ਗੱਲਾਂ ਹੋ ਗਈਆਂ। ਐਟ ਸਮ ਪੁਆਇੰਟ ਯੂ ਹੈਵ ਟੂ ਸਟਾਪ। ਸੋ ਉਹ ਜਿਹੜੇ ਸੀਗੇ ਕੈਪਲਰਸ ਲਾਜ਼ ਆਫ ਮੋਸ਼ਨ, ਉਹਨੇ ਵੀ ਫੇਥ ਦੀਆਂ ਬੜੀਆਂ ਗੱਲਾਂ ਕੀਤੀਆਂ। ਕਹਿੰਦਾ ਇਟਸ ਅ ਵੇਜਰ ਆਈ ਐਮ ਵਿਲਿੰਗ ਟੂ ਟੇਕ ਬਿਕੋਜ਼ ਯੂ ਲੂਜ਼ ਨਥਿੰਗ, ਯੂ ਕੈਨ ਓਨਲੀ ਗੇਨ, ਹੈ ਨਾ। ਸੋ ਇਹ ਜਿਹੜਾ ਅਸੀਂ ਜੋਤਿਸ਼ੀਆਂ ਵਾਲੇ ਕੰਮ ਨੇ, ਹੋਰਾਂ ਵਾਲੇ ਕੰਮ ਨੇ, ਕੋਈ ਬੜਾ ਸਾਨੂੰ ਸੋਚਣਾ ਹੀ ਚਾਹੀਦਾ। ਇਹ ਤਾਂ ਜਿਹੜੇ ਰਿਲੀਜੀਅਸ ਬੰਦੇ ਨੇ, ਉਹਨਾਂ ਦੀ ਵੀ ਦੁਕਾਨਾਂ ਚੱਲਦੀਆਂ ਨੇ, ਜਿਨ੍ਹਾਂ ਨੂੰ ਜਿੰਨੀ ਸਮਝ ਆ ਗਈ ਉਹ ਉਹਨਾਂ ਕੀ ਦੇ ਰਹੇ ਨੇ। ਅੱਛਾ, ਜੇ ਅਸੀਂ ਵਿਗਸੈਂਟ ਤੇ ਵਿਨਸੈਂਟ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਹੁਣ ਇਹ ਮੇਰੇ ਖਿਆਲ ਇਹਨਾਂ ਨੇ ਦੱਸਿਆ ਤੇ ਦੇਖਿਆ ਇਸ ਟੈਲੀਸਕੋਪ ਦੇ ਨਾਲ ਜਿਹੜੀਆਂ ਤਸਵੀਰਾਂ ਆਈਆਂ, ਕਿ ਇਹ ਉੱਥੇ ਨਵੀਆਂ ਚੀਜ਼ਾਂ ਬਣਦੀਆਂ ਵੀ ਰਹਿੰਦੀਆਂ ਬ੍ਰਹਿਮੰਡ ਦੇ ਵਿੱਚ, ਅਤੇ ਤਾਰੇ ਟੁੱਟਦੇ ਅਤੇ ਖ਼ਤਮ ਹੁੰਦੇ ਰਹਿੰਦੇ ਆ, ਨਵੇਂ ਤਾਰੇ ਬਣਦੇ ਰਹਿੰਦੇ ਆ, ਨਵੀਆਂ ਚੀਜ਼ਾਂ ਬਣਦੀਆਂ ਰਹਿੰਦੀਆਂ ਉੱਥੇ।
ਹੁਣ ਇੱਕ ਹੋਰ ਗੱਲ ਚੱਲ ਪਈ ਹੈ, ਤੁਹਾਡੇ ਯੂਨਾਈਟਿਡ ਸਟੇਟਸ ਤੋਂ ਹੀ ਸਾਇੰਸਦਾਨ ਦੱਸ ਰਹੇ ਨੇ ਕਿ ਹੁਣ ਬਚ ਕੇ ਰਹੋ ਸਪੇਸ ਦੇ ਵਿੱਚ। ਅਸੀਂ ਜਿਹੜੀ ਹਿਊਮਨ ਮੇਡ ਹਿਊਮਨ ਇੰਡਿਊਸਡ ਗਾਰਬੇਜ ਇੰਨਾ ਚਲਿਆ ਗਿਆ ਕਿ ਹੁਣ ਡਿੱਗਣਾ ਉਹ ਤੁਹਾਡੇ ਸਿਰ 'ਚ ਨਾ ਵੱਜੇ, ਮਰਨਾ ਚਾਹੋ ਤੁਸੀਂ, ਪਤਾ ਉੱਪਰ ਵੀ ਨਹੀਂ ਖਿਆਲ ਰੱਖਿਆ ਕਰੋ, ਥੱਲੇ ਨਾ ਖਿਆਲ ਰੱਖ। ਜਦੋਂ ਇਹ ਸਧਾਰਨ ਬੰਦਾ ਸੋਚਦਾ ਇਸ ਤਰ੍ਹਾਂ ਦੀ ਗੱਲ ਵੀ ਇਹ ਕ੍ਰੀਏਸ਼ਨ ਰੀਕ੍ਰੀਏਸ਼ਨ ਅਤੇ ਡਿਸਟਰਕਸ਼ਨ ਬ੍ਰਹਮੰਡ ਦੇ ਵਿੱਚ ਵੀ ਚੱਲ ਰਹੀ ਆ, ਜਾਂ ਬ੍ਰਹਮੰਡ ਦੇ ਵਿੱਚ ਮੈਨ ਮੇਡ ਚੀਜ਼ਾਂ ਛੱਡੀਆਂ ਹੋਈਆਂ ਜਿਹੜੀਆਂ ਡਿੱਗਣ ਦਾ ਖਤਰਾ, ਹੁਣ ਬੜੀ ਪਰੇਸ਼ਾਨੀਆਂ ਹੁੰਦੀਆਂ ਨੇ। ਫਿਰ ਉਹ ਧਰਮ ਨੂੰ ਟਟੋਲਦਾ, ਕਈ ਵਾਰੀ ਧਰਮ 'ਚ ਉਹਨੂੰ ਕੋਈ ਜਵਾਬ ਨਹੀਂ ਮਿਲਦਾ। ਗੱਲ ਇਹ ਹੈ ਜੀ ਕਿ ਸਭ ਕੁਝ ਫੀਅਰ ਆ, ਡਰ ਦੇ ਉੱਤੇ ਚੱਲ ਰਿਹਾ। ਤੇ ਗੁਰੂ ਨਾਨਕ ਸਾਹਿਬ ਨੇ ਸਿੱਖਾਂ ਲਈ ਇਹ ਖਤਮ ਕੀਤਾ ਸੀ, ਤੇ ਜਿਹੜੇ ਉਹਨਾਂ ਨੂੰ ਭਾਵੇਂ ਗੈਰ ਸਿੱਖ ਸੀ ਉਹਨਾਂ ਲਈ ਵੀ ਖਤਮ ਕੀਤਾ ਸੀ। ਕਿਉਂਕਿ ਧਰਮ ਕਰਦਾ ਕੀ ਆ, ਅੱਜ ਵੀ ਜਿਹੜੀ ਮਾਰਕੀਟਿੰਗ ਆ ਨਾ, ਤੁਸੀਂ ਪੋਲੀਟੀਕਲ ਕੈਂਪੇਨਸ ਦੇਖੋਗੇ, ਡਿਪੈਂਡਿੰਗ ਔਨ ਤੁਹਾਡੀ ਪੋਲੀਟੀਕਲ ਆਈਡੀਓਲੋਜੀ ਕੀ ਹੈ, ਉਹ ਇਸੇ ਚੀਜ਼ ਦੀ ਓਟ ਲੈਂਦੀ ਹੈ। ਤੁਹਾਨੂੰ ਡਰਾ ਦਿੰਦੀ ਹੈ ਕਿ ਤੁਸੀਂ ਇੱਕ ਕਿਸਮ ਦੇ ਬੰਦਿਆਂ ਨਾਲ ਜੁੜ ਲਓ ਤੇ ਦੂਸਰੇ ਦੀ ਅਦਰਿੰਗ ਕਰ ਦਿਓ। ਡਰਾ ਕੇ ਹੀ ਹੋ ਰਿਹਾ ਨਾ ਸਭ ਕੁਝ, ਕਿਉਂਕਿ ਬੰਦਾ ਡਰ ਬੜੀ ਛੇਤੀ ਜਾਂਦਾ। ਸਾਨੂੰ ਮੌਤ ਦਾ ਬੜਾ ਡਰ ਆ। ਮੌਤ ਦਾ ਡਰ ਕਿਉਂ? ਕਿਉਂਕਿ ਅਸੀਂ ਆਪਣੇ ਆਪ ਨੂੰ ਨਹੀਂ ਪਛਾਣ ਰਹੇ। ਇਟਸ ਸਾਈਕੋਲੋਜੀਕਲੀ ਸਾਡੇ ਲਈ ਬੜੀ ਵੱਡੀ ਗੱਲ ਬਣੀ ਹੁੰਦੀ ਹੈ। ਕਿਸੇ ਦਾ ਉਹਨੇ ਹਾਦਸੇ ਤੁਹਾਡੇ ਜਿਵੇਂ ਸਰੀ 'ਚ ਹੋਏ ਨੇ, ਪਹਿਲਾਂ ਪੰਜਾਬ ਵਿੱਚ ਕਿੰਨੇ ਹੋ ਰਹੇ ਨੇ, ਜਿਸ ਕਿਸਮ ਨਾਲ ਹੋ ਰਹੇ ਨੇ, ਉਹ ਸਾਨੂੰ ਥੋੜ੍ਹਾ ਤਾਂ ਸਹਿਮਦੇ ਆ ਨਾ ਅਸੀਂ ਕਿ ਬਈ ਇਹ ਕੀ ਹੈ, ਅਸਰ ਪੈਂਦਾ। ਸੋ ਉਹਨੂੰ ਜੇ ਅਸੀਂ ਇਸ ਤਰ੍ਹਾਂ ਦੇਖੀਏ, ਗੁਰੂ ਨਾਨਕ ਸਾਹਿਬ ਨੇ ਤਾਂ ਇਹ ਕਹਿਤਾ ਉਹਨਾਂ ਮੁਤਾਬਕ ਕਿਵੇਂ ਹੋਇਆ, ਕਿਵੇਂ ਆਵਾਗਮਨ ਚੱਲ ਰਿਹਾ। ਆਵਾਗਮਨ ਇਹ ਨਹੀਂ ਕਿ ਅਸੀਂ ਚਲੇ ਗਏ ਤੇ ਆ ਗਏ, ਕਹਿੰਦੇ ਲੱਖਾਂ ਚੀਜ਼ਾਂ ਆ ਜਾ ਰਹੀਆਂ ਨੇ, ਇਹ ਤਾਂ ਚੱਲਦਾ ਰਹਿਣਾ ਇੱਦਾਂ ਹੀ। ਉਹਨਾਂ ਨੇ ਕਿਹਾ ਸ਼ੁਰੂ ਕਿਵੇਂ ਹੋਇਆ, ਇਹ ਗੱਲ ਸਮਝਣ ਵਾਲੀ ਹੈ ਸਾਡੇ ਲਈ। ਉੱਥੋਂ ਅਸੀਂ ਸਮਝਾਂਗੇ ਬੜਾ ਕੁਝ। ਅੱਛਾ ਜੀ। ਉਹ ਕਹਿੰਦੇ ਡਰ 'ਚੋਂ ਨਹੀਂ ਕੁਝ ਸ਼ੁਰੂ ਹੋਇਆ, ਉਹ ਗੁੱਸੇ ਵਾਲਾ ਨਹੀਂ ਹੈ ਕਿ ਅੱਜ ਉਹਨੂੰ ਗੁੱਸਾ ਆਇਆ। ਜਿਵੇਂ ਰੱਬ ਨਾ ਗੁੱਸੇ ਵਾਲਾ ਹੈਗਾ ਬਾਈਬਲ 'ਚ ਤੇ ਹੋਰ ਧਰਮਾਂ 'ਚ, ਕਿ ਉਹਨੂੰ ਜਿਵੇਂ ਆਪਾਂ ਨੇ ਹਿੰਦੁਸਤਾਨੀ ਪਰਨਾ 'ਚ ਉਹ ਸ਼ਰਾਪ ਹੀ ਦਿੰਦੇ ਰਹਿੰਦੇ ਨੇ, ਉਹ ਇੱਦਾਂ ਦਾ ਹੈ ਹੀ ਨਹੀਂ ਗੁਰੂ ਗ੍ਰੰਥ ਸਾਹਿਬ 'ਚ ਕਿਤੇ। ਉੱਥੇ ਦਾ ਲਿਖਿਆ ਕੀਤਾ ਪਸਾਓ ਇੱਕੋ ਕਵਾਓ। ਕਵਾਓ ਲਫ਼ਜ਼ ਜਿਹੜਾ ਨਾ, ਇਹ ਐਕਚੁਅਲੀ ਹੁੰਦਾ ਜਿਹਨੂੰ ਅਸੀਂ ਕਹਿੰਦੇ ਹਾਂ ਕੁਝ ਬੋਲਿਆ, ਕੁਝ ਸ਼ਬਦ ਨਿਕਲਿਆ, ਕੋਈ ਕਮੈਂਡ ਆਈ, ਕੋਈ ਕਾਲ ਆਈ। ਕਹਿੰਦੇ ਇਹ ਤਾਂ ਸਭ ਕੁਝ ਬਣਿਆ, ਕੋਈ ਡਰ 'ਚੋਂ ਨਹੀਂ ਬਣਿਆ। ਅੱਛਾ, ਇਹ ਬਹੁਤ ਵੱਡੀ ਗੱਲ ਆ। ਸੋ ਅਸੀਂ ਉਹਦੇ ਵਿੱਚ ਫਿਰ ਦੱਸਿਆ ਕਿ ਜੋ ਕੁਝ ਹੋ ਰਿਹਾ, ਭਾਵੇਂ ਕਿ ਲੱਖ ਦਰਿਆਓ ਫਿਰ ਉਹਦੇ 'ਚੋਂ ਨਿਕਲੇ ਨੇ। ਦਰਿਆ ਦਾ ਮਤਲਬ ਹੁੰਦਾ, ਅਸੀਂ ਆਮ ਪੰਜਾਬੀ 'ਚ ਆਪਾਂ ਇਹਨੂੰ ਰਿਵਰ ਕਹਿਤਾ ਅੱਜ ਕੱਲ੍ਹ, ਬਟ ਦਰਿਆ ਜਦ ਗੁਰੂ ਗ੍ਰੰਥ ਸਾਹਿਬ 'ਚ ਆ ਰਿਹਾ ਨਾ, ਇਹ ਫਾਰਸੀ ਦਾ ਲਫ਼ਜ਼ ਆ। ਅੱਛਾ, ਪੰਜਾਬ ਦੇ ਦਰਿਆ ਬੜੇ ਵੱਡੇ ਸੀ, ਇਸ ਕਰਕੇ ਉਹਨਾਂ ਨੂੰ ਦਰਿਆ ਕਹਿਤਾ। ਅਦਰਵਾਈਜ਼ ਦਰਿਆ ਇਜ਼ ਅ ਸੀ ਔਰ ਓਸ਼ਨ। ਅੱਛਾ, ਉਹ ਜਿਹੜਾ 75% ਦਾ ਪਾਣੀ ਆ ਧਰਤੀ ਤੇ ਵੀ ਆਪਣੀ, ਤੇ ਪਾਣੀ ਨੂੰ ਹੀ ਅਸੀਂ ਖੋਜ ਰਹੇ ਹਾਂ ਜੇ ਲਾਈਫ ਕਿਤੇ ਹੋਰ ਲੈ ਕੇ ਜਾਣੀ ਹੈ। ਸੋ ਗੁਰੂ ਨਾਨਕ, ਕਿਉਂਕਿ ਪਾਣੀ ਦਾ ਬਣਦਾ ਹੈਗਾ ਲਾਈਫ ਦੇ ਨਾਲ ਕੰਸਰਨ, ਪੋਜ਼ੀਟਿਵ ਤਰੀਕਾ ਗੱਲ ਕਰਨ ਦਾ, ਡਰਾਉਣ ਦਾ ਨਹੀਂ। ਕਹਿੰਦੇ ਉਸੇ 'ਚੋਂ ਹੀ ਇਹ ਪਾਣੀ ਆਇਆ ਜਿੱਥੋਂ ਸਾਡੇ ਜੀ ਜੰਤ ਚੱਲ ਰਹੇ ਨੇ। ਕਹਿੰਦੇ ਜੀ ਨੇ ਇਹ ਸਭ ਕੁਝ ਕੀਤਾ। ਅਗੇਨ ਉੱਥੇ ਦੇਖੋ ਪਰਸਨਲ ਵਰਡ ਯੂਜ਼ ਹੈ, ਮੈਂ ਤਾਂ ਇਹ ਗੱਲ ਕਰ ਰਿਹਾ। ਕਹਿੰਦੇ ਤੂੰ ਸਦਾ ਸਲਾਮਤ ਨਿਰੰਕਾਰ। ਕੋਈ ਹੋਰ ਲਫ਼ਜ਼ ਨਹੀਂ ਬਸ ਰਿਹਾ ਕਿਸੇ ਵੀ ਪਰੰਪਰਾ ਦਾ, ਨਾ ਹਿੰਦੁਸਤਾਨੀ ਨਾ ਵੈਸਟ, ਕਿਉਂਕਿ ਸਾਡੀ ਉਹ ਡਿਬੇਟ ਨਹੀਂ। ਕਹਿੰਦੇ ਤੂੰ ਬੜਾ ਪਰਸਨਲ ਪ੍ਰੋਨਾਉਨ ਆ। ਜਿੱਥੇ ਤੁਹਾਡੀ ਕੋਈ ਰਿਲੇਸ਼ਨਸ਼ਿਪ ਹੁੰਦੀ ਹੈ ਨਾ, ਤੁਸੀਂ ਉੱਥੇ ਕਹਿੰਦੇ ਹੋ। ਕਹਿੰਦੇ ਤੂੰ ਤਾਂ ਸਦਾ ਹੀ ਸਿਕਿਉਰ ਰਹਿਣ ਵਾਲਾ ਤੇ ਤੇਰੀ ਕੋਈ ਫੋਰਮ ਨਹੀਂ, ਅਸੀਂ ਤਾਂ ਤੈਨੂੰ ਸਲੂਟ ਕਰਦੇ ਹਾਂ। ਇਹ ਮੈਂ ਇੱਕ ਇੱਥੇ ਨਾਲ ਇੱਕ ਹੋਰ ਗੱਲ, ਗੁਰਬਾਣੀ ਵਿੱਚ ਨਾ ਲਫ਼ਜ਼ ਆਪੇ ਵੀ ਬੜਾ ਆਉਂਦਾ, ਆਪਾਂ ਅਰਲੀਅਰ ਲਾਈਨਸ ਵਿੱਚ ਵੀ ਯੂਜ਼ ਕੀਤਾ। ਇਹ ਵੀ ਇਸੇ ਕਿਸਮ ਦਾ, ਅਸੀਂ ਟਰਾਂਸਲੇਟ ਕਰਨ ਵੇਲੇ ਉਹਨੂੰ ਯੂ ਬਣਾ ਦਿੰਦੇ ਹਾਂ, ਬਿਲਕੁਲ ਗਲਤ ਆ। ਅੱਛਾ, ਆਪੇ ਦਾ ਮਤਲਬ ਆਪਾਂ ਆਪੇ ਕਰ ਲਓ, ਓਨ ਸੈਲਫ ਕਰਾਵੇ ਆਪੇ ਆਪ। ਸੈਲਫ ਆ, ਇਹ ਰਿਫਲੈਕਸਿਵ ਪ੍ਰੋਨਾਉਨ ਆ, ਸੈਲਫ ਰਿਫਲੈਕਸ਼ਨ ਆ। ਇਹਦੇ 'ਚ ਅਸੀਂ ਬੰਦੇ ਲਈ ਵੀ ਯੂਜ਼ ਕਰਦੇ ਹਾਂ, ਆਪਣੇ ਲਈ, ਤੇ ਅਸੀਂ ਜਿਹਨੂੰ ਅਸੀਂ ਇੱਕ ਓਂਕਾਰ ਆ, ਜਿਹਨੂੰ ਆਮ ਅਸੀਂ ਰੱਬ ਕਹਿ ਦਿੰਦੇ, ਉਹਦੇ ਲਈ ਵੀ ਯੂਜ਼ ਕਰਦੇ ਹਾਂ। ਇਹ ਬੜੇ ਪਰਸਨਲ ਪ੍ਰੋਨਾਊਨਸ ਨੇ। ਸਾਡਾ ਹੋ ਕੀ ਗਿਆ, ਜਿਹੜੇ ਹੋਰ ਧਰਮਾਂ ਦੇ ਸਿਸਟਮ ਨੇ, ਸਾਡਾ ਜਿਹੜਾ ਪਰਸਨਲ ਐਲੀਮੈਂਟ ਸੀ ਨਾ, ਇਹ ਖਤਮ ਕਰਤਾ। ਤੇ ਸਾਰਾ ਕੁਝ ਆਰਡਰ ਦੇ ਕੇ ਤੁਸੀਂ ਇੱਦਾਂ ਕਰੋ, ਸਾਰਿਆਂ ਨੂੰ ਇੱਦਾਂ ਕਰਨਾ ਚਾਹੀਦਾ। ਇਹ ਸਿੱਖ ਵੀ ਇੱਦਾਂ ਹੀ ਬੋਲਣ ਲੱਗ ਗਏ। ਅੱਛਾ, ਆਪਾਂ ਕਹਿੰਦੇ ਸੀ ਉਹ ਆਪੇ ਕਰ ਰਿਹਾ, ਆਪੇ ਬੀਜ ਆਪੇ ਹੀ ਖਾ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਰਾਈਟ, ਮਤਲਬ ਇਹਨੂੰ ਤੁਸੀਂ ਡੂੰਘਾਈ 'ਚ ਜਾਓਗੇ ਨਾ ਜਦ ਆਪਣੀ ਅੰਦਰਲੀ, ਤੇ ਜਦ ਬਾਹਰਲੀਆਂ ਡੂੰਘਾਈਆਂ ਨੂੰ ਸਮਝੋਗੇ ਫਿਰ ਗੱਲ ਬਣੂਗੀ। ਹੋਰ ਸਾਨੂੰ ਅਖੀਰ 'ਚ ਦੱਸੋ ਵੀ ਗੁਰਬਾਣੀ ਦੇ ਵਿੱਚ ਇਹਨਾਂ ਗੱਲਾਂ ਸੰਬੰਧੀ ਹੋਰ ਕੀ ਲਿਖਿਆ ਹੋਇਆ, ਇਹਦੀ ਇੰਟਰਪ੍ਰੀਟੇਸ਼ਨ ਆ ਜਿਹੜੀ ਗੁਰਬਾਣੀ ਦੀ, ਇਹਦੀ ਅੰਗਰੇਜ਼ੀ ਦੇ ਵਿੱਚ ਟਰਾਂਸਲੇਸ਼ਨ। ਐਡਮਿੰਟਨ ਦੇ ਕੁਛ ਜਿਹੜੇ ਗੋਰੇ ਇੰਟਲੈਕਚੁਅਲ ਲੋਕ ਸੀ ਜਾਂ ਸਿਆਣੇ ਪੜ੍ਹੇ ਲਿਖੇ ਲੋਕ ਸੀ, ਉਹਨਾਂ ਨੇ ਪੜ੍ਹੀ। ਉਹ ਕਹਿੰਦੇ ਤੁਸੀਂ ਇਹ ਇਨਫੋਰਮੇਸ਼ਨ ਕਿੱਥੋਂ ਲੈ ਕੇ ਆਏ ਹੋ? ਸਾਡੇ ਸਿੱਖ ਕਮਿਊਨਿਟੀ ਦੇ ਲੋਕ ਜਿਹੜੇ ਗੁਰਦੁਆਰਾ ਸਾਹਿਬ ਨਾ ਇੱਕ ਹੌਸਪੀਟਲ ਦੇ ਵਿੱਚ ਇਨਵੋਲਵ ਸੀ, ਉਹ ਕਹਿੰਦੇ ਇਨਫੋਰਮੇਸ਼ਨ ਸਾਡੇ ਗੁਰੂ ਨੇ ਦਿੱਤੀ ਸਾਨੂੰ, ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਉਹ ਕਹਿੰਦੇ ਵੀ ਹੋਰ ਲਿਆਓ, ਸਾਨੂੰ ਇਨਫੋਰਮੇਸ਼ਨ ਦਿਓ ਇਹ, ਕਿਉਂਕਿ ਜਦੋਂ ਇਹ ਇਨਫੋਰਮੇਸ਼ਨ ਸਮਝ ਆ ਜਾਂਦੀ, ਉਹ ਕਹਿੰਦੇ ਇਹ ਤਾਂ ਹਿਊਮੈਨਿਟੀ ਦੀ ਗੱਲ ਆ, ਮਨੁੱਖਤਾ ਦੀ ਗੱਲ ਆ ਸਾਰੀ ਦੀ, ਔਰ ਬੜੀਆਂ ਉਹ 'ਚ ਵਧੀਆ, ਜਿਸ ਤਰ੍ਹਾਂ ਅਗੇਨ ਸਾਇੰਟੀਫਿਕ ਗੱਲਾਂ ਨੇ,
ਸੋ ਇਹ ਲੋਕ ਕਾਫੀ ਕਨਵਿੰਸ ਹੁੰਦੇ ਨੇ। ਇਹਦੀ ਇੰਟਰਪ੍ਰੀਟੇਸ਼ਨ ਜਿਹੜੀ ਆ ਗੁਰਬਾਣੀ ਦੀ ਜੇ ਪ੍ਰੋਪਰਲੀ ਹੋ ਸਕੇ ਅਤੇ ਹੋਰ ਦੁਨੀਆ 'ਚ ਪਹੁੰਚ ਸਕੇ, ਤੁਸੀਂ ਇੱਕ ਡਿਜੀਟਲ ਲਾਇਬ੍ਰੇਰੀ ਵੀ ਸ਼ੁਰੂ ਕੀਤੀ ਹੋਈ ਆ, ਤੁਹਾਨੂੰ ਨੌਲੇਜ ਵੀ ਆ 2-3 ਲੈਂਗੁਏਜਸ ਦੀ। ਇਹਦਾ ਜੇ ਕਿਤੇ ਸੁਨੇਹਾ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਹੋਰ ਵਾਈਡ ਸਪਰੈਡ ਕਰਨ ਦੇ ਵਿੱਚ ਮੈਨੂੰ ਕਿਤੇ ਕਿਤੇ ਲੱਗਦਾ ਅਸੀਂ ਅਸਫਲ ਰਹੇ ਹਾਂ। ਬਹੁਤ ਪਹੁੰਚ ਗਿਆ ਅੱਗੇ ਨਾਲੋਂ। ਹੁਣ ਜਿਹੜੀਆਂ ਕਈ ਏਜੰਸੀ ਸੀ, ਕਦੇ ਕਿਸੇ ਤਰੀਕੇ ਨਾਲ, ਕਦੇ ਲੰਗਰ ਦੇ ਨਾਲ, ਕਦੇ ਸੇਵਾ ਦੇ ਨਾਲ, ਕਦੇ ਕਿਸੇ ਤਰੀਕੇ ਨਾਲ, ਇਵੈਂਚੁਅਲੀ ਤਾਂ ਅਸੀਂ ਸੁਨੇਹਾ ਹੀ ਦੇ ਰਹੇ ਹਾਂ ਨਾ, ਜੋ ਕੁਛ ਅਸੀਂ ਪੜ੍ਹ ਰਹੇ ਹਾਂ ਜਾਂ ਸਿੱਖ ਰਹੇ ਹਾਂ। ਪਰ ਹਾਲੇ ਵੀ ਮੈਨੂੰ ਲੱਗਦਾ ਕਿ ਇਹਦੀ ਇੰਟਰਪ੍ਰੀਟੇਸ਼ਨ 'ਚ ਕਿਤੇ ਹੋਰ ਸਪਰੈਡ ਹੋ ਸਕੇ ਤਾਂ ਮੇਰਾ ਖਿਆਲ ਇੱਕ ਤਾਂ ਸਾਡੇ ਪ੍ਰਤੀ ਸਾਡਾ ਅਕਸ ਵੀ ਸੁਧਰੇਗਾ ਵੀ ਇੱਕ ਲੋਕ ਕੌਣ ਨੇ ਸਾਰੇ ਸੰਸਾਰ ਦੇ ਵਿੱਚ, ਦੂਜੇ ਲੋਕਾਂ ਨੂੰ ਵੀ ਫਾਇਦਾ ਪਹੁੰਚ ਸਕੇਗਾ। ਇਹ ਇੱਕ ਐਕਚੁਅਲੀ ਬਹੁਤ ਅਹਿਮ ਮੁੱਦਾ ਆਪਾਂ ਪਹਿਲਾਂ ਵੀ ਇੱਕ ਵਾਰ ਥੋੜ੍ਹਾ ਡਿਸਕਸ ਕੀਤਾ ਸੀ। ਐਕਚੁਅਲ ਸਾਨੂੰ ਇਹ ਮੰਨ ਲੈਣਾ ਚਾਹੀਦਾ ਕਿ ਜਿਹੜਾ ਸਾਡਾ ਗੁਰੂ ਆ ਨਾ, ਹੈ ਤਾਂ ਉਹ ਬਹੁਤ ਵੱਡਾ ਗੁਰੂ ਸਾਡਾ ਗੁਰੂ ਗ੍ਰੰਥ ਸਾਹਿਬ ਆ, ਬਟ ਸਾਨੂੰ ਉਹਦੀ ਵਡਿਆਈ ਕਰਨੀ ਆਈ ਨਹੀਂ। ਵੀ ਗੁਰੂ ਗ੍ਰੰਥ ਸਾਹਿਬ 'ਚ ਹੀ ਆਇਆ, ਸਤਿਗੁਰ ਵੱਡਾ ਕਰ ਸਲਾਹੀਆ ਜਿਸ ਵਿੱਚ ਵੱਡੀਆਂ ਵਡਿਆਈਆਂ। ਪਹਿਲਾਂ ਬੰਦੇ ਨਾ ਜਿਹੜੇ ਸਲਾਹ ਕਰਦੇ ਸੀ, ਉਹ ਜਿਹੜੀ ਡੈਫਥ ਦੀ ਆਪਣੀ ਗੱਲ 'ਚ ਰਹੇ ਕਿ ਬਾਹਰਲੀ ਦੁਨੀਆ 'ਚ ਕੀ ਚੱਲ ਰਿਹਾ, ਭਾਈ ਗੁਰਦਾਸ ਜੀ ਨੂੰ ਪੂਰਾ ਪਤਾ ਸੀ। ਉਹਨਾਂ ਨੂੰ ਇਹ ਵੀ ਪਤਾ ਕਿ ਜਹਾਂਗੀਰ ਨੇ ਕਿਸ ਤਰ੍ਹਾਂ ਕੈਦ ਕੀਤਾ ਹੋਇਆ 6ਵੇਂ ਪਾਤਸ਼ਾਹ ਨੂੰ, ਅਤੇ ਉਹ ਨੈਗੋਸ਼ੀਏਸ਼ਨ ਕਰਨ ਵੀ ਉਹ ਜਾਂਦੇ ਸੀ ਬਾਬਾ ਬੁੱਢਾ ਜੀ ਨਾਲ। ਅਤੇ ਉਹਨਾਂ ਨੂੰ ਇਹ ਵੀ ਪਤਾ ਸੀਗਾ ਕਿ ਸਿੱਖ ਕਿਵੇਂ ਗੁੰਮਰਾਹ ਹੋ ਗਏ ਨੇ ਮਹੰਤਾਂ ਦੇ ਪਿੱਛੇ ਲੱਗ ਕੇ ਅਤੇ ਫੇਕ ਗੁਰੂਜ਼ ਦੇ ਪਿੱਛੇ ਲੱਗ ਕੇ। ਫਿਰ ਉਹਨਾਂ ਨੇ ਉਹ ਵਾਰਾਂ ਲਿਖੀਆਂ ਸੀ ਲੋਕਾਂ ਨੂੰ ਸੁਚੇਤ ਕਰਨ ਲਈ, ਗੁਰੂ ਅਰਜਨ ਸਾਹਿਬ ਦੇ ਨੇੜੇ ਲਿਆਉਣ ਲਈ। ਸੋ ਮਤਲਬ ਜਿਹੜੇ ਅੰਦਰਲੀ ਅਤੇ ਬਾਹਰਲੀ ਚੀਜ਼ਾਂ ਨੂੰ ਸਮਝਦੇ ਸੀ, ਉਹ ਸਲਾਹੁੰਦੇ ਸੀ। ਹੁਣ ਮੇਰੇ ਵਰਗੇ ਜਿਨ੍ਹਾਂ ਦੀ ਆਪਣਾ ਕੋਈ ਗਿਆਨ ਨਹੀਂ, ਆਪਣਾ ਕੋਈ ਐਕਸਪੀਰੀਅੰਸ ਨਹੀਂ, ਜਦੋਂ ਕੁਛ ਲਿਖਦੇ ਨੇ ਉਹ ਕਿੰਨਾ ਕੁ ਲਿਖ ਪਾਉਣਗੇ, ਨਹੀਂ ਲਿਖ ਪਾਉਣਗੇ। ਅਸੀਂ ਇਹਦੇ ਪ੍ਰਤੀ ਨਾ ਇੱਕ ਕਲੈਕਟਿਵਲੀ ਐਫਰਟ ਸ਼ੁਰੂ ਕੀਤੀ ਹੈ ਸਿੱਖ ਰਿਸਰਚ ਇੰਸਟੀਚਿਊਟ 'ਚ, ਗੁਰੂ ਗ੍ਰੰਥ ਸਾਹਿਬ ਪ੍ਰੋਜੈਕਟ ਅਸੀਂ ਉਹਨੂੰ ਕਹਿੰਦੇ ਹਾਂ। ਉਹਦਾ ਇੱਕ ਐਗਜ਼ਾਮਪਲ ਦੱਸਣਾ, ਅਸੀਂ ਹੁਣ ਸ਼ੁਰੂ ਕੀਤਾ ਸੀ 4 ਸਾਲ ਪਹਿਲਾਂ ਪ੍ਰੋਜੈਕਟ, ਕਿ ਹਰ ਇੱਕ ਅੱਖਰ ਕੰਪਲੈਕਸ ਫਰੀ ਹੋ ਕੇ ਸਮਝੋ। ਉਹਦੀ ਪੋਇਟਰੀ ਕੀ ਕਹਿ ਰਹੀ ਹੈ, ਉਹਦਾ ਮਿਊਜ਼ਿਕ ਕੀ ਕਹਿ ਰਿਹਾ। ਕਿਉਂਕਿ ਅਸੀਂ ਨਾ ਗੁਰਬਾਣੀ ਦੀ ਕਈ ਵਾਰ ਵਿਆਖਿਆ ਕਰਨ ਵਾਲੇ ਇੰਨਾ ਉਹਨੂੰ ਸੁਕਾ ਦਿੰਦੇ ਹਾਂ, ਬੰਦਾ ਕਹਿੰਦਾ ਬਚਿਆ ਕੀ ਫਿਰ। ਅਤੇ ਪੂਰਾ ਗੁਰੂ ਗ੍ਰੰਥ ਸਾਹਿਬ ਰਾਗ 'ਚ, ਅਤੇ ਰਾਗ ਦਾ ਪਰਪਸ ਸੀ ਇੱਕ ਇਮੋਸ਼ਨ ਨੂੰ ਕੱਢਣਾ, ਇੱਕ ਰੰਗ ਲੈ ਕੇ ਆਉਣਾ। ਬੰਦਾ ਮਤਲਬ ਚਾਹ ਚੜ੍ਹ ਜਾਵੇ ਬੰਦੇ ਨੂੰ, ਜਿਵੇਂ ਇਸ਼ਕ ਹੋਇਆ ਹੁੰਦਾ ਹੈ ਨਾ। ਅਸੀਂ ਉਹਦੀ ਇੱਕ ਟੀਮ ਬਣਾ ਕੇ 2 ਬੰਦਿਆਂ ਤੋਂ ਸ਼ੁਰੂ ਹੋ ਕੇ ਹੁਣ ਅਸੀਂ 30 ਦੇ ਕਰੀਬ ਪਹੁੰਚ ਗਏ ਹਾਂ। ਅਸੀਂ ਹੌਲੀ ਹੌਲੀ ਇਹ ਕੰਮ ਕਰ ਰਹੇ ਹਾਂ। ਸ਼ਬਦ 30 ਬੰਦੇ, ਹਾਂ, ਅਸੀਂ ਉਹ 30 ਬੰਦੇ ਡਿਫਰੈਂਟ ਐਂਗਲਸ ਤੋਂ ਦੇਖ ਰਹੇ ਹਾਂ। ਫਿਰ ਅਸੀਂ ਹਰ ਮਹੀਨੇ 3rd Thursday ਨੂੰ ਉਹ ਸ਼ਬਦ ਬਾਰੇ ਅਸੀਂ ਕੀ ਸਮਝਿਆ ਉਹ ਲਿਖ ਕੇ ਪੇਸ਼ ਕਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ.io 'ਤੇ ਜਾ ਕੇ ਦੇਖਿਆ ਜਾ ਸਕਦਾ। ਪਰ ਉੱਥੋਂ ਮੈਂ ਐਗਜ਼ਾਮਪਲ ਦਿੰਦਾ ਇਹਦੇ ਨਾਲ ਹੀ ਜੁੜਿਆ ਹੋਇਆ। 2 ਕੁ ਮਹੀਨੇ ਹੋਏ ਅਸੀਂ ਗੁਰੂ ਅਰਜਨ ਪਾਤਸ਼ਾਹ ਦੀ ਬਾਣੀ ਗਾਥਾ 'ਤੇ ਕੰਮ ਕਰ ਰਹੇ ਸੀ, ਰਾਦਰ ਗਾਥਾ ਸਾਡੇ 'ਤੇ ਕੰਮ ਕਰ ਰਹੀ ਸੀ। ਉੱਥੇ ਨਾ ਬੜਾ ਖੂਬਸੂਰਤ ਸਟੇਟਮੈਂਟ ਆਇਆ ਕਿ ਗਾਥਾ ਹੁੰਦੀ ਹੈ ਨੈਰੇਟਿਵ। ਕਹਿੰਦੇ ਇੱਕ ਤਾਂ ਹੈਗੀ ਗੂੜ, ਬੜਾ ਪ੍ਰੋਫਾਊਂਡ ਨੈਰੇਟਿਵ ਆ, ਅਤੇ ਔਖਾ ਵੀ ਬੜਾ, ਅਤੇ ਇਹ 'ਤੇ ਜ਼ੋਰ ਲੱਗੂ ਸਮਝਣ ਨੂੰ। ਇਹੀ ਗੱਲ ਚੱਲ ਰਹੀ ਹੈ ਨੈਰੇਟਿਵਸ ਦੀ। ਤੁਸੀਂ ਏਅਰ ਇੰਡੀਆ ਦਾ ਨੈਰੇਟਿਵ ਜੇ ਸੌਖਾ ਕਰਨਾ, ਲੜਾਈ ਕਰਾ ਲਓਗੇ। ਬਟ ਗੂੜ ਆ, ਉਹਨੂੰ ਡੀਪ ਜਾਣਾ ਪੈਣਾ ਅਤੇ ਦੇਖਣਾ ਪੈਣਾ ਕਿ ਹਰ 30 ਸਾਲ ਬਾਅਦ ਕੋਈ ਇੰਸੀਡੈਂਟ ਆ ਜਾਂਦਾ, ਉੱਥੇ ਕਿਉਂ ਗੱਲ ਸ਼ੁਰੂ ਹੁੰਦੀ ਹੈ ਅਤੇ ਕੌਣ ਇਹ ਕਰ ਰਿਹਾ ਅਤੇ ਕਿਹਦਾ ਫਾਇਦਾ। ਬਟ ਮੈਂ ਜੋੜਨਾ ਅੱਜ ਦੀ ਗੱਲ ਦੇ ਨਾਲ ਹੀ, ਮਤਲਬ ਹਰ ਨੈਰੇਟਿਵ 'ਚ ਇਸ਼ੂ ਸਾਡਾ ਆਇਆ ਹੋਇਆ। ਜਿਹੜਾ ਇਹ ਸਾਇੰਸ ਵਾਲਾ ਨੈਰੇਟਿਵ, ਉੱਥੇ ਗੁਰੂ ਅਰਜਨ ਸਾਹਿਬ ਨੇ ਨਾ 2nd ਸ਼ਲੋਕ 'ਚ ਇਹ ਗੱਲ ਕਹਿਤੀ। ਪਰਮਾਣੂ ਲਫ਼ਜ਼ ਵਰਤਿਆ ਉਹਨਾਂ ਨੇ, ਐਟਮ। ਪਰਮਾਣੂ ਪਰਜੰਤ ਆਕਾਸ ਹੈ। ਕਹਿੰਦੇ ਜਿਹੜਾ ਐਟਮ ਲਾਈਕ ਹੈ ਨਾ, ਮਤਲਬ ਇੱਕ ਛਿਨ ਵਿੱਚ ਵੀ ਤੁਸੀਂ ਇੰਨਾ ਟਰੈਵਲ ਕਰ ਲਓ। ਮੈਂ ਉਹਦੀ ਸੰਖੇਪ 'ਚ ਗੱਲ ਕਰਾਂ, ਇਹਨਾਂ ਮੋਮੈਂਟ ਇਫ ਯੂ ਕੈਨ ਟੈਲੀਪੋਰਟ ਯੋਰ ਸੈਲਫ, ਜਿਵੇਂ ਸਟਾਰ ਟਰੈਕ 'ਚ ਅਸੀਂ ਦੇਖਦੇ ਹਾਂ, ਸਟਾਰ ਵਾਰਸ, ਕਹਿੰਦੇ ਜਿੰਨੀ ਦੇਰ 'ਚ ਤੁਹਾਡੀ ਅੱਖ ਦੀ ਪਲਕ ਝਪਕਦੀ ਆ, ਇੰਨੀ ਦੇਰ ਦੇ ਵਿੱਚ ਐਟੋਮਿਕ ਐਨਰਜੀਜ਼ ਦੇ ਥਰੂ ਤੁਸੀਂ ਲੰਬਾ ਟਰੈਵਲ ਕਰ ਲਓ। ਉਹਦੇ ਬਾਵਜੂਦ ਵੀ ਤੁਹਾਨੂੰ ਨੈਰੇਟਿਵ ਨਹੀਂ ਬਣੂਗਾ ਜਿੱਥੇ ਤੱਕ ਤੁਸੀਂ ਅੰਦਰਲੀ ਵਰਚੂਜ਼ ਨੂੰ ਡਿਵੈਲਪ ਨਹੀਂ ਕਰੋਗੇ। ਹੁਣ ਇਹ ਕੀ ਹੋ ਰਿਹਾ, ਕੋਲਡ ਵਾਰ ਤੋਂ ਲੈ ਕੇ ਹੁਣ ਤੱਕ ਵੀ ਫੰਡਿੰਗ ਜਾ ਰਹੀ ਹੈ ਨਾ ਗਵਰਨਮੈਂਟ ਦੀ ਇਸ ਕੰਮਾਂ 'ਤੇ, ਤਾਂ ਹੀ ਇਹ ਕੰਮ ਹੁੰਦੇ ਨੇ। ਕਿਉਂ ਕਰ ਰਹੇ ਨੇ? ਮੈਨੂੰ ਯਾਦ ਹੈ ਮੈਂ ਛੋਟਾ ਜਿਹਾ ਜਦ ਹੁੰਦਾ ਸੀ ਲੇਟ 70s ਵਿੱਚ, ਅਜੇ ਮੈਂ ਝਾਂਸੀ UP ਸੀ, ਜਦ ਸਟਾਰ ਟਰੈਕ ਦੇਖਣਾ ਸ਼ੁਰੂ ਕੀਤਾ ਨਾ, ਉਹ ਫਰੀਡਮ ਲੱਭ ਰਹੇ ਨੇ ਸਾਰੇ ਜਣੇ, ਇੱਕ ਫਾਈਨਲ ਫਰੰਟੀਅਰ ਇੱਦਾਂ ਹੀ ਸ਼ੁਰੂ ਹੁੰਦਾ ਨੇ। ਕਿਉਂਕਿ ਅਸੀਂ ਸਾਰੇ ਆਜ਼ਾਦ ਹੋਣਾ ਚਾਹੁੰਦੇ ਹਾਂ। ਸਾਰੀ ਗੱਲ ਆਜ਼ਾਦੀ ਦੀ ਹੈ ਪੂਰੀ ਦੁਨੀਆ 'ਚ। ਪੀਪਲ ਵਾਂਟ ਟੂ ਬੀ ਫਰੀ ਆਫ ਕੰਪਲੈਕਸਿਸ, ਫਰੀ ਆਫ ਰਿਪਰੈਸ਼ਨ। ਇਹ ਸਾਇੰਸ ਉਹ ਦੇ ਰਹੀ ਹੈ। ਇਹ ਜਿਹੜੀ ਟੈਲੀਸਕੋਪ ਦੀ ਐਕਸਪਲੋਰੇਸ਼ਨ ਉਹ ਦਿੰਦੀਆਂ ਨੇ। ਕਿੰਨਾ ਪੈਸਾ ਲੱਗ ਰਿਹਾ, ਕਿੰਨੀਆਂ ਜਾਨਾਂ ਜਾਂਦੀਆਂ ਨੇ, ਐਵੇਂ ਥੋੜ੍ਹੀ ਸਭ ਕੁਛ ਹੋ ਜਾਂਦਾ। ਕਿੰਨੀ ਖੋਜ ਕਰਨੀ ਪੈਂਦੀ ਹੈ। ਅਤੇ ਜਿਹੜੇ ਇਹਨੂੰ ਡੀਪਲੀ ਸਟੱਡੀ ਕਰਦੇ ਨੇ, ਆਰ ਦੇ ਬਿਕਮਿੰਗ ਫਰੀ? ਬੜੇ ਫਿਊ ਨੇ ਜਿਹੜੇ ਫਰੀ ਹੋ ਰਹੇ ਨੇ, ਜਿਹੜੇ ਗੱਲ ਕਰਦੇ ਕਿ ਨਹੀਂ। ਜਿਵੇਂ ਕਾਰਲ ਸੇਗਨ ਨੂੰ ਤੁਸੀਂ ਪੜ੍ਹੋਗੇ ਨਾ, ਜਿਹੜਾ ਐਕਚੁਅਲੀ ਕਰਦਾ ਰਿਹਾ ਇਹ ਕੰਮ,
ਉਹ ਵੀ ਕਹਿੰਦਾ ਅਜੇ ਤਾਂ ਕੁਝ ਵੀ ਨਹੀਂ ਪਤਾ ਲੱਗ ਰਿਹਾ, ਤੇ ਉਹ ਘੁੰਮੇ ਆਇਆ ਸਪੇਸ 'ਚ। ਸੋ ਇਹ ਜਿਹੜੇ ਫਰੀਡਮ ਅਸੀਂ ਲੱਭ ਰਹੇ ਹਾਂ, ਗੱਲ ਮੈਂ ਇੱਥੇ ਲਿਆਉਣਾ ਚਾਹੁੰਦਾ, ਗੁਰੂ ਅਰਜਨ ਪਾਤਸ਼ਾਹ ਨੇ ਦੱਸਿਆ ਕਿ ਜਿਹੜੀ ਫਰੀਡਮ ਆ ਸਾਡੀ, ਇਹ ਸਾਇੰਸਿਸ ਦੀਆਂ ਤਰੱਕੀਆਂ ਜਾਰੀ ਰਹਿਣਗੀਆਂ, ਇਹ ਸਾਨੂੰ ਕੋਈ ਚੀਜ਼ਾਂ ਵਿਜ਼ੀਬਲ ਰਿਐਲਿਟੀ 'ਚ ਲਿਆਉਣਗੀਆਂ, ਸਾਨੂੰ ਦਿਖਾਉਂਦੀਆਂ ਨੇ ਸਾਡਾ ਜਿਹੜਾ ਉਹਦਾ ਸਰਗੁਣ ਰੂਪ ਸਾਡੇ ਸਾਹਮਣੇ ਆ ਰਿਹਾ, ਇੱਕ ਓਂਕਾਰ ਦਾ ਵਾਰ ਜਿਹੜਾ ਵਨਨੈਸ ਦਾ ਰੂਪ ਆ। ਅੱਛਾ, ਜਿਹੜੇ ਤੁਸੀਂ 30-32 ਜਾਣੇ ਲੱਗੇ ਹੋਏ ਹੋ ਰਿਸਰਚ ਸਕਾਲਰ, ਜਦੋਂ ਇੱਕ ਸ਼ਬਦ ਨੂੰ ਲੈ ਲੈਂਦੇ ਹੋ, ਉਹਨੂੰ ਇੰਟਰਪ੍ਰੀਟ ਕਰਕੇ ਡਿਸਕਸ ਕਰਦੇ ਹੋ, ਫਿਰ ਕਿੱਥੇ ਉਹਦੇ ਤੇ ਪਾ ਦਿੰਦੇ ਹੋ ਵੈਬਸਾਈਟ ਤੇ? ਸਾਡੇ ਇੱਕ ਵੈਬਸਾਈਟ ਅਸੀਂ ਬਣਾਈ ਹੈ, ਵੈਬਸਾਈਟ ਇੰਨੀ ਸੋਹਣੀ ਨਹੀਂ ਹੈ, ਬਟ ਅਸੀਂ ਸਿਰਫ ਅਜੇ ਆਰਕਾਈਵ ਦੇ ਲੈਵਲ ਤੇ ਬਣਾਇਆ, ਪਰ ਉੱਥੇ ਪੜ੍ਹ ਸਕਦੇ ਨੇ ਸਾਰੇ ਜਾ ਕੇ, gurugranthsahib.io, ਹੈ ਨਾ। ਸੋ ਤੁਸੀਂ ਫਿਰ ਯੂਨੈਨਿਮਸਲੀ ਐਗਰੀ ਹੋ ਜਾਂਦੇ ਹੋ ਉਸ ਤੇ? ਅਸੀਂ ਉੱਥੇ ਫਿਰ ਜਾਂ ਉਹਦੇ ਹਰ 5-6 ਚੀਜ਼ ਹਰ ਬੰਦਾ ਨਹੀਂ, ਅਰਥ ਅਸੀਂ 7-8 ਜਣਿਆਂ ਦੀ ਫਿਰ ਡਿਊਟੀ ਹੈ ਕਿ ਉਹਦੇ 'ਚ ਕੋਲੈਬੋਰੇਟ ਕਰਕੇ ਕੰਸੈਂਸਸ ਡਿਵੈਲਪ ਕਰੋ। ਅੱਛਾ। ਕਿਉਂਕਿ ਦੇਖੋ ਉਹਦੀ ਹਿਸਟੋਰੀਕਲ ਡਾਇਮੈਂਸ਼ਨ ਵੀ ਅਸੀਂ ਦੇਖਦੇ ਹਾਂ, ਇਹ ਸ਼ਬਦ ਕਿਸ ਵੇਲੇ ਦੀ ਬੋਲੀ ਆ, ਕਿਉਂਕਿ ਬੋਲੀ ਵਿੱਚ ਹੀ ਫਰਕ ਆ ਜਾਂਦਾ ਨਾ। ਬੋਲੀ ਦੇ ਅੱਖਰਾਂ ਦੀ ਮੀਨਿੰਗ ਚੇਂਜ ਹੁੰਦੇ ਨੇ। ਪੰਜਾਬੀ ਦੇ ਵਿੱਚ ਵੀ ਪੂਰੀ ਦੁਨੀਆ 'ਚ ਇਹ ਕਿਹਾ ਜਾਂਦਾ ਕਿ ਹਰ 25 ਮੀਲ ਬਾਅਦ ਤੇ 25 ਸਾਲ ਬਾਅਦ ਬੋਲੀ 'ਚ ਫਰਕ ਆ ਜਾਂਦਾ। ਸੋ ਅਸੀਂ ਉਹ ਵੀ ਦੇਖਦੇ ਹਾਂ, ਉਹਦੀ ਮਿਊਜ਼ਿਕੋਲੋਜੀ ਦੇਖ ਰਹੇ ਹਾਂ ਕਿ ਕਿਹੜੇ ਰਸ ਲਈ ਇਹ ਬਣੀ ਆ, ਕਿਹੜੇ ਇਮੋਸ਼ਨ ਲਈ ਬਣੀ ਆ, ਇਹ ਰਸ ਲਫ਼ਜ਼ ਜਿਹੜਾ ਵਰਤਿਆ ਜਾਂਦਾ ਹੈ ਨਾ। ਫਿਰ ਉਹਦੇ ਵਿੱਚ ਐਟਮੋਲੋਜੀ, ਨਿਰੁਕਤੀ ਉਹਦੀ ਦੇਖਦੇ ਹਾਂ ਕਿ ਸ਼ਬਦ ਆਇਆ ਕਿੱਥੋਂ ਆ, ਕਿਉਂਕਿ ਜਿੱਥੋਂ ਆਇਆ ਤੇ ਜਿਸ ਵੇਲੇ ਯੂਜ਼ ਹੋਇਆ ਤੇ ਅੱਜ ਜੋ ਉਹਦਾ ਮੀਨਿੰਗ ਆ ਉਹ ਵੀ ਤਬਦੀਲ ਹੋ ਜਾਂਦਾ। ਫਿਰ ਇਹ ਲਿਟਰਲ ਚੀਜ਼ਾਂ ਇਕੱਠੀਆਂ ਕਰਦੇ ਆ, ਅਕਲੀ ਚੀਜ਼ਾਂ। ਫਿਰ ਇਹਦੇ ਵਿੱਚ ਜਦੋਂ ਅਸੀਂ ਕਹਿੰਦੇ ਆ ਫੇਥ ਤੇ ਸ਼ਰਧਾ ਤੇ ਹੋਰ ਚੀਜ਼ਾਂ ਲਿਆਣੀਆਂ, ਕਿ ਬਈ ਅਸੀਂ ਦੱਸ ਦਈਏ ਕਿ ਲਿਟਰਲ ਇਹਦਾ ਇਹ ਆ, ਜਿਹੜਾ ਕਲਚਰਲ ਇਹਦੀ ਕੋਨੋਟੇਸ਼ਨ ਉਹ ਇਹ ਆ, ਤੇ ਅੱਜ ਦੇ ਸੰਦਰਭ ਵਿੱਚ ਇਹਨੂੰ ਕਿਵੇਂ ਦੇਖਿਆ ਜਾ ਸਕਦਾ, ਹੁਣ ਤੱਕ ਅਸੀਂ ਇਹ ਸਮਝੇ ਹਾਂ, ਅਸੀਂ ਇਹ ਜ਼ੋਰ ਲਾ ਰਹੇ ਹਾਂ। ਕੀ ਬਾਤ ਹੈ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਅੱਜ ਗੱਲਾਂ ਬਹੁਤ ਦਿਲਚਸਪ ਤੁਸੀਂ ਦੱਸੀਆਂ, ਔਰ ਹੋਰ ਵੀ ਵਧੀਆ ਗੱਲਾਂ ਹੋ ਸਕਦੀਆਂ। ਹਰਿੰਦਰ ਸਿੰਘ ਜੀ, ਬਹੁਤ ਸ਼ੁਕਰੀਆ, ਫਿਰ ਵੀ ਤੁਹਾਡੇ ਨਾਲ ਮੁਲਾਕਾਤ ਹੋਏਗੀ। ਮਿਹਰਬਾਨੀ ਜੀ। ਥੈਂਕ ਯੂ।